जे स्टडी अब्रॉड दी है चाह AECC ग्लोबल दिखाएगा राह। AECC ग्लोबल लैके आ रहा है ग्लोबल एजुकेशन फेयर 7 ਜੁਲਾਈ ਨੂੰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਦੇ ਵਿੱਚ, 8 ਜੁਲਾਈ ਨੂੰ ਜਲੰਧਰ ਦੇ ਵਿੱਚ ਹੋਟਲ ਬੈਸਟ ਵੈਸਟਰਨ ਪਲੱਸ ਤੇ 9 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਹੋਟਲ ਤਾਜ ਦੇ ਵਿੱਚ, ਜਿੱਥੇ ਪਹੁੰਚ ਕੇ 100 ਤੋਂ ਵੀ ਵੱਧ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵਸ ਨੂੰ ਡਾਇਰੈਕਟਲੀ ਮਿਲ ਸਕਦੇ ਹੋ, ਔਨ ਦਾ ਸਪੌਟ ਅਪਲਾਈ ਕਰ ਸਕਦੇ ਹੋ, ਐਪਲੀਕੇਸ਼ਨ ਫੀ ਵੇਵਰ ਲੈ ਸਕਦੇ ਹੋ, ਸਕਾਲਰਸ਼ਿਪ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਹੁਣੇ ਕਾਲ ਕਰੋ 8925 89555 ਤੇ ਤੁਸੀਂ ਇੱਥੇ WhatsApp भी कर सकते हो। ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਅੱਜ ਆਪਾਂ ਖਾਸ ਤੌਰ ਤੇ ਯੂਕੇ ਬਾਰੇ ਗੱਲ ਕਰਨੀ ਹੈ ਕਿਉਂਕਿ ਢੇਰ ਸਾਰੇ ਸਵਾਲ ਸਾਡੇ ਕੋਲ ਸਟੂਡੈਂਟਸ ਦੇ ਨੇ, ਕਿਉਂਕਿ ਮਾਰਕੀਟ ਵਿੱਚ ਕਈ ਇਨਫੋਰਮੇਸ਼ਨ ਉਹਨਾਂ ਕੋਲ ਪਹੁੰਚਦੀ ਹੈ, ਪਰ ਸਹੀ ਐਗਜ਼ੈਕਟ ਇਨਫੋਰਮੇਸ਼ਨ ਅੱਜ ਤੁਹਾਡੇ ਤੱਕ ਪਹੁੰਚਾਵਾਂਗੇ। ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ, ਕਿਹੜੇ ਇਨਟੇਕ ਲਈ ਅਪਲਾਈ ਕਰ ਸਕਦੇ ਨੇ, ਕਿਹੜੇ ਤਰੀਕੇ ਨਾਲ ਅਪਲਾਈ ਤੁਸੀਂ ਕਰੋ ਤਾਂ ਕਿ ਰਾਈਟ ਟਾਈਮ ਤੇ ਤੁਹਾਡਾ ਜੋ ਹੈ ਸਟੱਡੀ ਵੀਜ਼ਾ ਲੱਗ ਕੇ ਆਏ। ਤੇ ਅੱਜ ਦੀ ਗੱਲਬਾਤ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ AECC ਗਲੋਬਲ ਇਮੀਗ੍ਰੇਸ਼ਨਸ ਤੋਂ ਸੀਨੀਅਰ ਕੰਸਲਟੈਂਟ ਮਿਸਟਰ ਭੁਪਿੰਦਰ ਸਿੰਘ ਨੂੰ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਯੂਕੇ ਬਾਰੇ ਗੱਲ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹਰੇਕ ਸਟੂਡੈਂਟ ਦੇ ਮਾਈਂਡ ਵਿੱਚ ਰਹਿੰਦਾ ਹੈ ਕਿ ਕੀ ਅਸੀਂ ਵਿਦਆਊਟ ਆਇਲਸ ਜੋ ਹੈ ਯੂਕੇ ਲਈ ਅਪਲਾਈ ਕਰ ਸਕਦੇ ਹਾਂ, ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਹੈ, ਪਰ ਇਸ ਚੀਜ਼ ਨੂੰ ਲੈ ਕੇ ਸਹੀ ਇਨਫੋਰਮੇਸ਼ਨ ਅੱਜ ਤੁਹਾਡੇ ਤੋਂ ਲੈਣਾ ਚਾਹਾਂਗੇ। ਤੁਸੀਂ ਵਿਦਆਊਟ ਆਇਲਸ ਯੂਕੇ ਦਾ ਅਪਲਾਈ ਕਰ ਸਕਦੇ ਹੋ। ਵਿਦਆਊਟ ਆਇਲਸ ਦੇ ਉੱਤੇ ਵੀ ਕੁਝ ਕੰਡੀਸ਼ਨਸ ਲੱਗਦੀਆਂ। ਕੰਡੀਸ਼ਨਸ ਲਾਈਕ ਕਿ ਤੁਹਾਡੇ ਇੰਗਲਿਸ਼ ਦੇ ਵਿੱਚੋਂ +2 ਦੇ ਵਿੱਚੋਂ ਮਾਰਕਸ ਵਧੀਆ ਹੋਣੇ ਚਾਹੀਦੇ ਆ। ਤੁਸੀਂ ਮੀਡੀਅਮ ਆਫ ਇੰਸਟਰਕਸ਼ਨ, ਜੇ ਤੁਹਾਡੀ ਗ੍ਰੈਜੂਏਸ਼ਨ ਸਾਰੀ ਇੰਗਲਿਸ਼ ਦੇ ਵਿੱਚ ਹੋਈ ਆ, ਤੁਸੀਂ ਮੀਡੀਅਮ ਆਫ ਇੰਸਟਰਕਸ਼ਨ ਦੇ ਬਿਹਾਫ ਦੇ ਉੱਪਰ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਅਤੇ ਕੁਝ ਯੂਕੇ ਦੇ ਵਿੱਚ ਯੂਨੀਵਰਸਿਟੀਜ਼ ਇੱਦਾਂ ਦੀਆਂ ਹੈਗੀਆਂ ਆ, ਅਗਰ ਤੁਹਾਡੇ ਕੋਲ ਮੀਡੀਅਮ ਆਫ ਇੰਸਟਰਕਸ਼ਨ ਵੀ ਨਹੀਂ ਹੈਗਾ, ਅਗਰ ਤੁਹਾਡੇ ਕੋਲ ਮਾਰਕਸ ਵੀ ਵਧੀਆ ਨਹੀਂ ਹੈਗੇ, ਤਾਂ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਹਾਡੀ ਆਫਰ ਇਸ਼ੂ ਹੁੰਦੀ ਆ ਤਾਂ ਯੂਨੀਵਰਸਿਟੀ ਦਾ ਇੰਟਰਨਲ ਟੈਸਟ ਹੁੰਦਾ ਆ। ਇੰਟਰਨਲ ਟੈਸਟ ਹਰ ਇੱਕ ਯੂਨੀਵਰਸਿਟੀ ਦਾ ਵੱਖਰਾ ਵੱਖਰਾ ਹੁੰਦਾ ਆ, ਅਤੇ ਉਹ ਇੰਟਰਨਲ ਟੈਸਟ ਦੇ ਕੇ ਤੁਸੀਂ ਉਹ ਕਲੀਅਰ ਕਰਨ ਤੋਂ ਬਾਅਦ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ ਯੂਨੀਵਰਸਿਟੀਜ਼ ਦੇ ਵਿੱਚ। ਜੀ ਬਿਲਕੁਲ। ਸੋ ਨਾਲ ਦੀ ਨਾਲ ਸਟੂਡੈਂਟਸ ਨੂੰ ਕਹਿਣਾ ਚਾਹੂੰਗੀ ਕਿ ਤੁਹਾਡੇ ਕੋਈ ਸਵਾਲ ਹੋਣ ਤਾਂ ਤੁਸੀਂ ਸ਼ੋਅ ਦੇ ਦੌਰਾਨ ਵੀ ਆਪਣੇ ਸਵਾਲ ਰੱਖ ਸਕਦੇ ਹੋ। ਲਗਾਤਾਰ ਜੋ ਨੰਬਰ ਡਿਸਪਲੇ ਹੋ ਰਹੇ ਇਸ ਉੱਪਰ ਕਾਲ ਕਰਕੇ, ਸ਼ੋਅ ਦੇ ਦੌਰਾਨ ਵੀ ਕਾਲ ਕਰਕੇ ਜੋ ਹੈ ਸਵਾਲ ਕਰ ਸਕਦੇ ਹੋ, ਲੇਕਿਨ ਇਹ ਨੰਬਰ ਨੋਟ ਕਰਕੇ ਰੱਖੋ। ਸ਼ੋਅ ਤੋਂ ਬਾਅਦ ਵੀ ਸੇਮ ਇਹਨਾਂ ਨੰਬਰਸ ਉੱਪਰ ਕਾਲ ਕਰਕੇ ਤੁਸੀਂ AECC ਗਲੋਬਲ ਜੋ ਟੀਮ ਹੈ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਕੋਈ ਵੀ ਸਵਾਲ ਹੋਵੇ ਤੁਹਾਡੇ ਮਾਈਂਡ ਵਿੱਚ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਇਹਨਾਂ ਦੇ ਆਫਿਸ ਨੇ, ਜਿੱਥੇ ਤੁਹਾਨੂੰ ਨੇੜੇ ਲੱਗੇ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਜਾਓ, ਵਿਜ਼ਿਟ ਕਰੋ, ਅਸੈਸਮੈਂਟ ਕਰਵਾਓ ਅਤੇ ਸਹੀ ਡਿਸੀਜ਼ਨ ਲਓ। ਤੁਹਾਨੂੰ ਦੱਸ ਦਈਏ ਮਲਟੀਨੈਸ਼ਨਲ ਕੰਪਨੀ ਹੈ, ਆਲ ਓਵਰ ਇੰਡੀਆ ਵਿੱਚ 20 ਸਿਟੀਜ਼ ਦੇ ਵਿੱਚ ਇਹਨਾਂ ਦੇ ਬ੍ਰਾਂਚਿਸ ਨੇ, ਆਫਿਸਿਸ ਨੇ। ਸੋ ਤੁਸੀਂ ਜ਼ਰੂਰ ਜੋ ਹੈ ਇਹਨਾਂ ਦੀ ਸਰਵਿਸਿਜ਼ ਦਾ ਫਾਇਦਾ ਲੈ ਸਕਦੇ। ਤੁਸੀਂ ਜਿਵੇਂ ਵਿਦਆਊਟ ਆਇਲਸ ਯੂਕੇ ਦੀ ਆਪਾਂ ਗੱਲ ਕਰ ਰਹੇ ਹਾਂ, ਜਦੋਂ ਵਿਦਆਊਟ ਆਇਲਸ ਯੂਕੇ ਅਪਲਾਈ ਕਰਨ ਦੀ ਗੱਲ ਆ ਜਾਂਦੀ ਹੈ ਤਾਂ ਕੀ ਕੁਝ ਕੋਰਸਿਸ ਦੀ ਲਿਮਿਟੇਸ਼ਨ ਹੋ ਜਾਂਦੀ ਹੈ, ਕੁਝ ਦਾਇਰਾ ਘੱਟ ਜਾਂਦਾ ਹੈ? ਐਗਜ਼ੈਕਟਲੀ। ਅਗਰ ਵਿਦਆਊਟ ਆਇਲਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਨਰਸਿੰਗ ਦੇ ਵਿੱਚ ਬੱਚਾ ਨਹੀਂ ਅਪਲਾਈ ਕਰ ਸਕਦਾ ਵਿਦਆਊਟ ਆਇਲਸ। ਉਹਦੇ ਵਾਸਤੇ ਉਹਨੂੰ ਆਇਲਸ ਦੇਣੀ ਹੀ ਪਏਗੀ, ਕਿਉਂਕਿ ਹਰ ਇੱਕ ਯੂਨੀਵਰਸਿਟੀ ਦੀ ਨਰਸਿੰਗ ਦੀ ਰਿਕੁਆਇਰਮੈਂਟ ਵੱਖਰੀ ਵੱਖਰੀ ਹੁੰਦੀ ਆ ਜੀ। ਬਾਕੀ ਬਿਜ਼ਨਸ ਵਗੈਰਾ, ਕੰਪਿਊਟਰ ਵਗੈਰਾ, ਸਾਰੇ ਹੌਸਪਿਟੈਲਿਟੀ ਦੇ ਬਾਕੀ ਸਾਰੇ ਕੋਰਸਿਸ ਦੇ ਵਿੱਚ ਬੱਚਾ ਵਿਦਆਊਟ ਆਇਲਸ ਅਪਲਾਈ ਕਰ ਸਕਦਾ ਆ, ਅਤੇ ਆਰਾਮ ਨਾਲ ਯੂਨੀਵਰਸਿਟੀ ਆਫਰ ਵੀ ਦੇ ਦਿੰਦੀ ਆ, ਤਾਂ ਵਿਦਆਊਟ ਆਇਲਸ ਉਹਦਾ ਕੇਸ ਅੱਗੇ ਪ੍ਰੋਸੈਸ ਵੀ ਹੋ ਜਾਂਦਾ ਆ। ਚਲੋ ਠੀਕ ਹੈ, ਆਪਾਂ ਵਿਦਆਊਟ ਆਇਲਸ ਗੱਲ ਕੀਤੀ ਹੈ। ਮੈਨੂੰ ਲੱਗਦਾ, ਮੈਨੂੰ ਉਮੀਦ ਹੈ ਦਰਸ਼ਕ ਜਿਹੜੇ ਸਟੂਡੈਂਟ ਹੈ ਜ਼ਰੂਰ ਸਮਝ ਚੁੱਕੇ ਹੋਣਗੇ ਸਾਰੇ ਪ੍ਰੋਸੈਸ ਨੂੰ। ਤੇ ਜੇਕਰ ਅਸੀਂ ਵਿਦ ਆਇਲਸ ਸਕੋਰ ਦੀ ਗੱਲ ਕਰੀਏ, ਕਿੰਨੇ ਬੈਂਡ ਰਿਕੁਆਇਰਡ ਰਹਿੰਦੇ ਨੇ ਜੇਕਰ +2 ਤੋਂ ਬਾਅਦ ਸਟੂਡੈਂਟ ਅਪਲਾਈ ਕਰਨ ਜਾ ਰਹੇ ਨੇ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰਨਾ ਚਾਹੁੰਦੇ ਨੇ? ਅਗਰ ਬੱਚਾ +2 ਤੋਂ ਬਾਅਦ ਅਪਲਾਈ ਕਰਨ ਜਾ ਰਿਹਾ, ਉਹਦੇ ਵਾਸਤੇ ਓਵਰਆਲ 6 ਚਾਹੀਦੇ ਆ। 5.5 ਤੋਂ ਕਿਸੇ ਵੀ ਮੋਡਿਊਲ ਦੇ ਵਿੱਚੋਂ ਘੱਟ ਨਹੀਂ ਹੋਣੇ ਚਾਹੀਦੇ ਹੈਗੇ। ਅਗਰ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰ ਰਿਹਾ, ਗ੍ਰੈਜੂਏਸ਼ਨ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਇੱਦਾਂ ਦੀਆਂ ਹੈਗੀਆਂ ਆ ਜਿਹੜੀਆਂ ਓਵਰਆਲ 6 ਲੈ ਲੈਂਦੀਆਂ, 1 ਚੋਂ 5.5, 2 ਚੋਂ 5.5, ਬਟ ਮੋਸਟਲੀ ਜਿਹੜੀਆਂ ਵਧੀਆ ਯੂਨੀਵਰਸਿਟੀਜ਼ ਆ ਉਹਨਾਂ ਦੀ ਰਿਕੁਆਇਰਮੈਂਟ ਓਵਰਆਲ 6.5 ਈਚ 6 ਚਾਹੀਦੇ ਆ, ਜਾਂ ਫਿਰ ਕੁਝ ਮੋਡਿਊਲਸ ਦੇ ਵਿੱਚੋਂ ਉਹ 5.5 ਵੀ ਲੈ ਲੈਂਦੇ ਆ, ਬਟ ਓਵਰਆਲ 6.5 ਚਾਹੀਦੇ ਉਹਨਾਂ ਨੂੰ। ਜੀ ਓਵਰਆਲ 6.5 ਸਕੋਰ ਜ਼ਰੂਰ ਚਾਹੀਦਾ ਹੈ ਤੁਹਾਡਾ ਆਇਲਸ ਵਿੱਚ, ਕਿਉਂਕਿ ਹਮੇਸ਼ਾ ਜੋ ਹੈ ਸਟੂਡੈਂਟਸ ਆਇਲਸ ਸਕੋਰ ਨੂੰ ਲੈ ਕੇ ਬੜਾ ਕਨਫਿਊਜ਼ ਰਹਿੰਦਾ। ਸੋ ਰਾਈਟ ਇਨਫੋਰਮੇਸ਼ਨ ਹੋਏਗੀ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਪੂਰਾ ਅਪਲਾਈ ਕਰਨ ਲਾਇਕ ਤੁਹਾਡਾ ਬੈਂਡ ਸਕੋਰ ਹੋਏਗਾ ਤਾਂ ਹੀ ਤੁਹਾਨੂੰ ਜੋ ਹੈ ਉਧਰ ਪੋਜ਼ਿਟਿਵ ਰਿਜ਼ਲਟਸ ਮਿਲਦੇ ਨੇ। ਸੋ ਇਹ ਜ਼ਰੂਰ ਦੇਖਿਆ ਕਰੋ ਕਿ ਤੁਹਾਡੀ ਜੋ ਪ੍ਰੋਫਾਈਲ ਹੈ ਐਲੀਜੀਬਲ ਹੈ ਕਿ ਨਹੀਂ ਹੈ। ਐਲੀਜੀਬਲ ਹੋਵੇ ਤਾਂ ਹੀ ਅਪਲਾਈ ਕਰਿਆ ਕਰੋ। ਇੱਕ ਚੰਗੇ ਕੰਸਲਟੈਂਟ ਦੀ ਸਲਾਹ ਜ਼ਰੂਰ ਲਿਆ ਕਰੋ ਤਾਂ ਕਿ ਤੁਸੀਂ ਕਿਤੇ ਵੀ ਮਿਸਗਾਈਡ ਨਾ ਹੋਵੋ। ਤੇ ਅਸੀਂ ਵੀ ਇਸ ਸ਼ੋਅ ਦੇ ਵਿੱਚ ਚੰਗੇ ਕੰਸਲਟੈਂਟਸ ਨੂੰ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਤੱਕ ਰਾਈਟ ਇਨਫੋਰਮੇਸ਼ਨ ਹੀ ਪਹੁੰਚਾਈ ਜਾ ਸਕੇ। ਤੇ ਸਰ, ਜੇ ਆਪਾਂ ਗੱਲ ਕਰਦੇ ਹਾਂ ਕਾਲਜਿਸ ਦੀ, ਯੂਨੀਵਰਸਿਟੀਜ਼ ਦੀ, ਤਾਂ ਪੇਰੈਂਟਸ ਦਾ ਇੱਕ ਕੰਸਰਨ ਹੁੰਦਾ ਕਿ ਸਾਨੂੰ ਕੋਈ ਇਹੋ ਜਿਹੀ ਆਪਸ਼ਨ ਮਿਲੇ ਜਿੱਥੇ ਫੀਸ ਘੱਟ ਹੋਵੇ, ਲੋ ਬਜਟ ਦੇ ਵਿੱਚ ਅਸੀਂ ਜੋ ਹੈ ਬੱਚੇ ਨੂੰ ਯੂਕੇ ਭੇਜ ਸਕੀਏ। ਤੇ ਕਿਸ ਤਰ੍ਹਾਂ ਦੀ ਕਾਲਜਿਸ, ਯੂਨੀਵਰਸਿਟੀਜ਼ ਨੇ ਜੋ ਆਫਰ ਕਰਦੇ ਆ ਘੱਟ ਫੀਸ ਦੇ ਵਿੱਚ ਸਟੂਡੈਂਟ ਉੱਥੇ ਪਹੁੰਚ ਸਕਦੇ ਨੇ? ਦੇਖੋ, ਯੂਕੇ ਦੇ ਵਿੱਚ ਬਹੁਤ ਟੌਪ ਰੈਂਕ ਯੂਨੀਵਰਸਿਟੀਜ਼ ਆ।
ਜੇ ਤੁਸੀਂ ਫੀਸ ਦੀ ਗੱਲ ਕਰਦੇ ਆ, ਬਹੁਤ ਜ਼ਿਆਦਾ ਫੀਸ ਵੀ ਹੈਗੀ ਹੈ ਤੇ ਬਹੁਤ ਘੱਟ ਵੀ ਫੀਸ ਹੈਗੀ। ਬਹੁਤ ਜ਼ਿਆਦਾ ਆਪਾਂ ਘੱਟ ਦੀ ਗੱਲ ਨਹੀਂ ਕਰ ਸਕਦੇ, ਬਟ ਯੂਕੇ ਦੇ ਵਿੱਚ ਇੱਕ ਮਾਡਰਨ ਯੂਨੀਵਰਸਿਟੀਜ਼ ਆ, ਇੱਕ ਟ੍ਰੈਡੀਸ਼ਨਲ ਯੂਨੀਵਰਸਿਟੀਜ਼ ਆ। ਜਿਹੜੀਆਂ ਟ੍ਰੈਡੀਸ਼ਨਲ ਯੂਨੀਵਰਸਿਟੀਜ਼ ਆ ਉਹਨਾਂ ਦੀ ਫੀਸ 15 ਤੋਂ 20,000 ਪਾਉਂਡ ਤੱਕ ਜਾਏਗੀ। ਅਗਰ ਮਾਡਰਨ ਯੂਨੀਵਰਸਿਟੀਜ਼ ਆ, ਮਾਡਰਨ ਯੂਨੀਵਰਸਿਟੀਜ਼ ਦੀ ਫੀਸ 10 ਲੱਖ ਤੋਂ ਸਟਾਰਟ ਹੋ ਕੇ 15 ਲੱਖ ਤੱਕ ਜਾਂਦੀ ਆ। ਬਾਕੀ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਦੀ ਰੈਂਕ ਤੇ, ਯੂਨੀਵਰਸਿਟੀ ਦੇ ਰੈਂਕ ਤੇ। ਅਗਰ ਯੂਨੀਵਰਸਿਟੀ ਦਾ ਰੈਂਕ ਵਧੀਆ ਹੋਏਗਾ ਉਹਦੀ ਫੀਸ ਜ਼ਿਆਦਾ ਹੋਏਗੀ। ਬਾਕੀ ਅਗਰ ਬੱਚੇ ਦੇ +2 ਜਾਂ ਗ੍ਰੈਜੂਏਸ਼ਨ ਦੇ ਵਿੱਚੋਂ ਮਾਰਕਸ ਵਧੀਆ ਹੈਗੇ ਆ ਤਾਂ ਯੂਨੀਵਰਸਿਟੀਜ਼ ਉਹਨੂੰ ਸਕਾਲਰਸ਼ਿਪ ਵੀ ਆਫਰ ਕਰਦੀਆਂ ਆ। ਤੇ ਅਗਰ ਆਪਾਂ ਲੈਟ ਸਪੋਜ਼ ਕਿ 15 ਲੱਖ ਫੀਸ ਆ ਬੱਚੇ ਦੀ, ਅਗਰ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਆ, ਉਹਦੇ ਪਰਸੈਂਟੇਜ, ਉਹਦੇ ਮਾਰਕਸ ਵਧੀਆ ਆ, ਤਾਂ ਕੁਝ ਬੱਚਿਆਂ ਨੂੰ 4-4 5-5 ਹਜ਼ਾਰ ਪਾਉਂਡ ਦੀਆਂ ਵੀ ਸਕਾਲਰਸ਼ਿਪ ਮਿਲ ਜਾਂਦੀਆਂ ਆ। ਤਾਂ ਉਹੀ ਲੈ ਕੇ ਚਲੋ ਕਿ 10 ਲੱਖ ਫੀਸ ਹੋ ਜਾਂਦੀ ਆ, 11 ਲੱਖ ਫੀਸ ਹੋ ਜਾਂਦੀ ਆ। ਜੀ ਜੀ ਜੀ, ਜਿਵੇਂ ਤੁਸੀਂ ਸਕਾਲਰਸ਼ਿਪ ਦੀ ਗੱਲ ਕੀਤੀ ਹੈ, ਤੇ ਇਹ ਕਿਹੜੇ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੇ ਵੀ ਧਿਆਨ ਰੱਖਣ ਸਟੂਡੈਂਟਸ ਜੋ ਇਸ ਸਕਾਲਰਸ਼ਿਪ ਦਾ ਫਾਇਦਾ ਲੈ ਸਕਦੇ ਨੇ? ਸਕਾਲਰਸ਼ਿਪ ਦੇ ਵਿੱਚ ਮੈਰਿਟ ਸਕਾਲਰਸ਼ਿਪ ਹੁੰਦੀ ਹੈ। ਅਗਰ ਬੱਚੇ ਮਤਲਬ ਅਗਰ ਬੱਚੇ ਨੇ +2 ਕੀਤੀ ਆ, ਉਹਦੇ 60 70 80% ਮਾਰਕਸ ਹੈਗੇ ਆ, ਤਾਂ ਉਹ ਡਿਪੈਂਡ ਕਰਦਾ ਯੂਨੀਵਰਸਿਟੀ। ਅਗਰ ਯੂਨੀਵਰਸਿਟੀ ਦਾ ਰੈਂਕ ਵਧੀਆ ਆ, ਉਹ ਜ਼ਿਆਦਾ ਮਾਰਕਸ ਜਿਹੜੇ ਹੋਗੇ 80% ਤੋਂ ਅਬਵ ਸਕਾਲਰਸ਼ਿਪ ਦਿੰਦੀਆਂ ਆ। ਅਗਰ ਨਾਰਮਲ ਯੂਨੀਵਰਸਿਟੀ ਆ, ਉਹ 65 ਵੀ ਕੰਸੀਡਰ ਕਰ ਲੈਂਦੀਆਂ 70%। ਇਹ ਟੋਟਲੀ ਪ੍ਰੋਫਾਈਲ ਟੂ ਪ੍ਰੋਫਾਈਲ ਬੇਸ ਹੁੰਦਾ ਤੇ ਕੋਰਸ ਟੂ ਕੋਰਸ ਬੇਸ ਹੁੰਦਾ ਆ। ਠੀਕ ਹੈ, ਮਤਲਬ ਇਸ ਦੇ ਲਈ ਜ਼ਰੂਰੀ ਰਹੇਗਾ ਕਿ ਸਟੂਡੈਂਟ ਪਹਿਲਾਂ ਆਪਣੇ ਡਾਕੂਮੈਂਟਸ ਲੈ ਕੇ ਆਵੇ, ਅਸੈਸਮੈਂਟ ਕਰਵਾਏ, ਉਸ ਤੋਂ ਬਾਅਦ ਹੀ ਤੁਹਾਨੂੰ ਦੱਸਿਆ ਜਾ ਸਕੇਗਾ। ਸੋ ਜ਼ਰੂਰ ਜਿਹੜੀ ਚੰਗੀ ਪ੍ਰੋਫਾਈਲਸ ਨੇ ਉਹ ਇਹਨਾਂ ਸਕਾਲਰਸ਼ਿਪਸ ਦਾ ਫਾਇਦਾ ਲੈ ਸਕਦੇ ਨੇ, ਪਰ ਸਭ ਤੋਂ ਪਹਿਲਾਂ ਡਾਕੂਮੈਂਟਸ ਲੈ ਕੇ ਪਹੁੰਚੋਗੇ, ਤੁਸੀਂ ਅਸੈਸਮੈਂਟ ਕਰਵਾਓਗੇ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿੰਨਾ ਕੁ ਤੁਹਾਨੂੰ ਫਾਇਦਾ ਹੋਰ ਪਹੁੰਚ ਸਕਦਾ ਹੈ। ਅਗਰ ਆਪਾਂ ਨੈਕਸਟ ਕਮਿੰਗ ਇਨਟੇਕ ਦੀ ਗੱਲ ਕਰ ਲਈਏ ਤਾਂ ਕਦੋਂ ਸਟੂਡੈਂਟ ਹੁਣ ਅਪਲਾਈ ਕਰ ਸਕਦੇ ਨੇ ਵੀ ਉਹਨਾਂ ਨੂੰ ਆਫਰ ਲੈਟਰ ਆਏ ਤੇ ਅਪਲਾਈ ਕਰਨ? ਜਿਹੜਾ ਹੁਣ ਕਮਿੰਗ ਇਨਟੇਕ ਚੱਲ ਰਿਹਾ ਆ, ਉਹ ਚੱਲ ਰਿਹਾ ਆ ਸਪਟੈਂਬਰ ਇਨਟੇਕ। ਬੱਚਾ ਸਾਡੇ ਕੋਲੇ ਡਾਕੂਮੈਂਟਸ ਲੈ ਕੇ ਆਵੇ, ਅਸੀਂ ਉਹਨੂੰ ਸਪਟੈਂਬਰ ਇਨਟੇਕ ਦੀ ਆਫਰ ਦਿਲਵਾ ਕੇ ਦੇਵਾਂਗੇ। ਜੀ ਜੀ ਜੀ, ਠੀਕ ਹੈ। ਸਪਟੈਂਬਰ ਇਨਟੇਕ ਦਾ ਸਾਰਾ ਪ੍ਰੋਸੈਸ ਚੱਲ ਰਿਹਾ ਆ। ਜਨਵਰੀ ਇਨਟੇਕ ਵਾਸਤੇ ਹਜੇ ਟਾਈਮ ਹੈਗਾ ਆ, ਬਟ ਇਹ ਆ ਕਿ ਬੱਚਾ ਜਲਦੀ ਤੋਂ ਜਲਦੀ ਸਾਡੇ ਕੋਲ ਆਵੇ। ਠੀਕ ਹੈ, ਅਸੀਂ ਉਹਨੂੰ ਸਪਟੈਂਬਰ ਇਨਟੇਕ ਦਾ ਆਫਰ ਅਰੇਂਜ ਕਰਕੇ ਦੇਵਾਂਗੇ, ਉਹਦਾ ਕੈਸ਼ ਪ੍ਰੋਸੈਸ ਕਰਕੇ ਦੇਵਾਂਗੇ, ਕਿਉਂਕਿ ਜਿੰਨੀ ਜਲਦੀ ਬੱਚਾ ਅਪਲਾਈ ਕਰੇਗਾ ਸਪਟੈਂਬਰ ਇਨਟੇਕ ਲਈ, ਉਨੀ ਜਲਦੀ ਬੱਚੇ ਦਾ ਆਫਰ ਲੈਟਰ ਆਏਗਾ, ਉਨੀ ਜਲਦੀ ਕੈਸ਼ ਆਏਗਾ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਹਾਈ ਕਮਿਸ਼ਨ ਆ, ਅੰਬੈਸੀ ਆ, ਉਹ ਵੀ ਡਿਸੀਜਨ ਦੇਣ ਨੂੰ ਟਾਈਮ ਲੈ ਰਹੀ ਆ ਕਾਫੀ। ਓਕੇ ਜੀ, ਤੁਸੀਂ ਕੈਸ਼ ਦੀ ਗੱਲ ਕੀਤੀ, ਇਸ ਦੇ ਬਾਰੇ ਮੈਂ ਜਾਣਨਾ ਚਾਹੂੰਗੀ ਕਿ ਕਿੰਨਾ ਕੁ ਸਟੂਡੈਂਟ ਨੂੰ ਪੇ ਕਰਨਾ ਪਏਗਾ ਜਾਂ ਕਿਵੇਂ ਦਾ ਪ੍ਰੋਸੈਸ ਹੈ ਸਾਰਾ? ਦੇਖੋ, ਅਗਰ ਆਪਾਂ ਟ੍ਰੈਡੀਸ਼ਨਲ ਯੂਨੀਵਰਸਿਟੀਜ਼ ਦੀ ਗੱਲ ਕਰਦੇ ਹਾਂ, ਟ੍ਰੈਡੀਸ਼ਨਲ ਯੂਨੀਵਰਸਿਟੀਜ਼ ਦੇ ਵਿੱਚ ਸਾਡੇ ਕੋਲੇ ਕੁਝ ਯੂਨੀਵਰਸਿਟੀਜ਼ ਇੱਦਾਂ ਦੀਆਂ ਵੀ ਹੈਗੀਆਂ ਕਿ ਬੱਚਾ 1000 ਪਾਉਂਡ ਪੇ ਕਰਕੇ ਆਪਣਾ ਵੀਜ਼ਾ ਲੈ ਸਕਦਾ ਆ। ਜੀ, ਠੀਕ ਹੈ। ਬਾਕੀ ਜਿਹੜੇ ਰੈਸਟ ਫੀਸ ਹੋਏਗੀ ਪਲੱਸ ਲਿਵਿੰਗ ਐਕਸਪੈਂਸ ਹੋਣਗੇ, ਬੱਚੇ ਨੂੰ ਸ਼ੋਅ ਕਰਨੇ ਪੈਣਗੇ। 1000 ਵੀ ਹੈਗਾ ਆ, 2000 ਤੱਕ ਵੀ ਬੱਚਾ ਪੇ ਕਰਕੇ ਜਾ ਸਕਦਾ ਆ। ਉਹ ਬਾਕੀ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਆ। ਠੀਕ ਹੈ। ਅਗਰ ਬੱਚਾ ਘੱਟ ਫੀਸ ਦੇ ਕੇ ਜਾ ਰਿਹਾ ਆ, ਅਗਰ ਬੱਚੇ ਦਾ ਕਈ ਹੁੰਦੇ ਆ ਕਿ ਅਸੀਂ ਘੱਟ ਫੀਸ ਦੇਣੀ ਆ ਤੇ ਸਾਡਾ ਵੀਜ਼ਾ ਵੀ ਲੱਗ ਜਾਵੇ, ਅਸੀਂ ਬੱਚੇ ਨੂੰ ਇਹ ਸੁਜੈਸਟ ਕਰਾਂਗੇ ਕਿ ਅਗਰ ਫੀਸ ਘੱਟ ਭਰਦੀ ਹੈ ਤਾਂ ਵਧੀਆ ਤੋਂ ਵਧੀਆ ਰੈਂਕ ਯੂਨੀਵਰਸਿਟੀਜ਼ ਦੇ ਵਿੱਚ, ਟ੍ਰੈਡੀਸ਼ਨਲ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰੇ। ਉਹਦੇ ਵਿੱਚ ਵੀਜ਼ਾ ਸਕਸੈਸ ਰੇਟ ਵੀ ਕਾਫੀ ਵਧੀਆ ਹੁੰਦਾ ਆ ਤੇ ਆਫਰ ਲੈਟਰ ਵੀ ਯੂਨੀਵਰਸਿਟੀਜ਼ ਬਹੁਤ ਜਲਦੀ ਇਸ਼ੂ ਕਰ ਦਿੰਦੀਆਂ ਆ, ਮਗਰ ਉਹਦੇ ਵਾਸਤੇ ਬੱਚੇ ਦੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ। ਜੀ ਜੀ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਕਈ ਤਰ੍ਹਾਂ ਦੇ ਕੰਬੀਨੇਸ਼ਨਸ ਬਣਾਉਣੇ ਪੈਂਦੇ ਨੇ ਕਿ ਕਿਵੇਂ ਜੋ ਹੈ ਕਿਸੇ ਪ੍ਰੋਫਾਈਲ ਦੇ ਉੱਪਰ ਆਪਾਂ ਸਕਸੈਸਫੁਲੀ ਸਟੱਡੀ ਵੀਜ਼ਾ ਲੈ ਕੇ ਆਣਾ। ਸੋ ਕਈ ਚੀਜ਼ਾਂ ਦਾ ਜੋੜ ਤੋੜ ਕਰਨਾ ਪੈਂਦਾ ਜਦੋਂ ਡਾਕੂਮੈਂਟਸ ਦੇਖੇ ਜਾਂਦੇ ਨੇ ਕਿ ਕਿਹੜੇ ਵੀਕ ਪੁਆਇੰਟ ਨੇ, ਕਿਹੜੇ ਸਟਰੋਂਗ ਪੁਆਇੰਟ ਨੇ, ਕਿਸ ਤਰ੍ਹਾਂ ਦੀ ਵਰਕਿੰਗ ਹੋਵੇ, ਕਿਸ ਤਰ੍ਹਾਂ ਪ੍ਰੈਜੈਂਟੇਸ਼ਨ ਕੀਤੀ ਜਾਣੀ ਚਾਹੀਦੀ ਹੈ। ਸੋ ਇੱਕ ਜੋ ਮਾਹਿਰ ਹੁੰਦੇ ਨੇ ਉਹੀ ਤੁਹਾਨੂੰ ਅਜਿਹੀ ਸਲਾਹ ਦੇ ਸਕਦੇ ਨੇ ਕਿ ਕਿਵੇਂ ਤੁਸੀਂ ਬੈਸਟ ਪੋਸੀਬਿਲਿਟੀ ਦੇ ਨਾਲ ਆਪਣਾ ਵੀਜ਼ਾ ਲੈ ਸਕਦੇ ਹੋ। ਤੇ ਮੈਂ ਗੱਲ ਕਰਨਾ ਚਾਹੂੰਗੀ ਕੁਝ ਰਿਫਿਊਜ਼ਲ ਕੇਸਿਸ ਬਾਰੇ ਵੀ। ਸਟੂਡੈਂਟਸ ਵੱਡੀ ਗਿਣਤੀ ਵਿੱਚ ਸਾਡੇ ਕੋਲ ਸਵਾਲ ਆਉਂਦੇ ਨੇ, ਸਟੂਡੈਂਟ ਕਹਿੰਦੇ ਕਿ ਕਿਸੇ ਦਾ ਕੈਨੇਡਾ ਤੋਂ ਜਾਂ ਆਸਟ੍ਰੇਲੀਆ ਤੋਂ ਰਿਫਿਊਜ਼ਲ ਆ ਚੁੱਕਿਆ ਹੈ, ਕੀ ਉਹ ਸਟੂਡੈਂਟ ਸਾਰੇ ਅਪਲਾਈ ਕਰ ਸਕਦੇ ਨੇ, ਹੁਣ ਉਹਨਾਂ ਦਾ ਸਟੱਡੀ ਵੀਜ਼ਾ ਆ ਸਕਦਾ ਹੈ? ਇਸ ਦਾ ਜਵਾਬ ਮੈਂ ਲਵਾਂਗੀ ਜ਼ਰੂਰ, ਪਰ ਪਹਿਲਾਂ ਕਾਲਰ ਲਾਈਨ ਤੇ ਨੇ, ਇਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਸੁਮਨ ਹੈ ਜੀ। ਮੈਂ ਲੁਧਿਆਣੇ ਤੋਂ ਕਾਲ ਕਰ ਰਹੀ ਹਾਂ ਜੀ। ਸੁਮਨ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਪੁੱਛਣਾ ਚਾਹ ਰਹੀ ਸੀ ਕਿ ਮੈਂ ਆਪਣਾ ਨਾ ਪ੍ਰੋਫਾਈਲ ਬਾਰੇ ਪੁੱਛਣਾ ਸੀਗਾ। ਹਾਂਜੀ, ਮੈਂ ਨਾ BA ਕੀਤੀ ਹੋਈ ਹੈ ਜੀ। 2021 ਦੇ ਵਿੱਚ 64% ਹੈ। ਹਾਂਜੀ, ਤੇ ਮੇਰੇ IELTS ਦੇ ਵਿੱਚ ਬੈਂਡ ਹੈਗੇ ਨੇ 6 not less than 5.5। ਓਕੇ। ਤੇ ਮੈਂ ਪੁੱਛਣਾ ਚਾਹ ਰਹੀ ਸੀ ਕਿ ਮੇਰਾ ਬਣ ਸਕਦਾ ਹੈ ਤੇ ਕੋਰਸ ਕਿਹੜਾ ਮਿਲੇਗਾ ਅਗਰ ਬਣ ਸਕਦਾ ਹੈ ਤਾਂ? ਜੀ,
ਦੇਖੋ ਅਗਰ ਤੁਸੀਂ 6 ਨਾਟ ਲੈਸ ਦੈਨ 5.5 ਦੀ ਗੱਲ ਕਰ ਰਹੇ ਹੋ, ਕੋਰਸ ਮਿਲ ਜਾਏਗਾ ਤੁਹਾਨੂੰ ਹਿਊਮਨ ਰਿਸੋਰਸਿਸ ਮੈਨੇਜਮੈਂਟ, ਇਵੈਂਟ ਮੈਨੇਜਮੈਂਟ ਵਗੈਰਾ ਮਿਲ ਜਾਏਗਾ। ਅਗਰ ਤੁਹਾਡੀ BA ਦੇ ਵਿੱਚ ਇਕਨੋਮਿਕਸ ਹੈਗੀ ਆ ਤਾਂ ਅਸੀਂ ਤੁਹਾਨੂੰ ਇਕਨੋਮਿਕਸ MA ਇਕਨੋਮਿਕਸ ਦਿਲਵਾ ਸਕਦੇ ਹਾਂ, ਇਕਨੋਮਿਕਸ ਮੈਨੇਜਮੈਂਟ ਦਿਵਾ ਸਕਦੇ ਹਾਂ। ਇਹਦੇ ਵਿੱਚ ਤੁਹਾਡਾ ਪ੍ਰੋਸੈਸ ਸਟਾਰਟ ਹੋ ਜਾਏਗਾ। ਇਹ ਕੋਰਸਿਸ ਵਗੈਰਾ ਹੈਗੇ ਜਿਨ੍ਹਾਂ ਵਿੱਚ ਦੇ ਵਿੱਚ economics ਹੈਗਾ ਤਾਂ ਸੌਰੀ ਕੀ ਕਹਿ ਰਹੇ ਹੋ ਤੁਸੀਂ? ਇਕਨੋਮਿਕਸ ਨਹੀਂ ਹੈਗਾ। ਇਕਨੋਮਿਕਸ ਨਹੀਂ ਅਗਰ ਇਕਨੋਮਿਕਸ ਨਹੀਂ ਹੈਗਾ ਤਾਂ ਤੁਸੀਂ ਹਿਊਮਨ ਰਿਸੋਰਸਿਸ ਮੈਨੇਜਮੈਂਟ ਦੇ ਵਿੱਚ ਜਾ ਸਕਦੇ ਹੋ, ਮਾਰਕੀਟਿੰਗ ਵਗੈਰਾ ਦੇ ਵਿੱਚ ਜਾ ਸਕਦੇ ਹੋ। ਕੁਝ ਯੂਨੀਵਰਸਿਟੀਜ਼ ਬਿਜ਼ਨਸ ਦਾ ਵੀ ਕੋਰਸ ਤੁਹਾਨੂੰ ਦੇ ਦੇਣਗੇ, ਇੰਟਰਨੈਸ਼ਨਲ ਬਿਜ਼ਨਸ ਵਗੈਰਾ, ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ। ਬਾਕੀ ਇਹ ਆ ਕਿ ਜਦੋਂ ਤੁਹਾਡੀ ਇੰਟਰਵਿਊ ਹੋਏਗੀ ਵਿਦ ਦਾ ਯੂਨੀਵਰਸਿਟੀ, ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪਏਗੀ ਕਿ ਤੁਸੀਂ ਇਹ ਕੋਰਸ ਕਿਉਂ ਲੈ ਕੇ ਜਾ ਰਹੇ ਹੋ। ਜੀ, ਥੈਂਕ ਯੂ ਸੋ ਮਚ ਜੀ ਸ਼ੋਅ ਵਿੱਚ ਕਾਲ ਕਰਨ ਦੇ ਲਈ। ਸੋ ਇਸੇ ਤਰੀਕੇ ਨਾਲ ਕਈ ਤਰ੍ਹਾਂ ਦੀ ਕਨਫਿਊਜ਼ਨਸ ਹੁੰਦੀਆਂ ਕੋਰਸਿਸ ਨੂੰ ਲੈ ਕੇ, ਕੋਰਸ ਸਿਲੈਕਸ਼ਨ ਨੂੰ ਲੈ ਕੇ। ਇਸ ਉੱਪਰ ਵੀ ਮੈਂ ਗੱਲ ਜ਼ਰੂਰ ਕਰਾਂਗੀ। ਫਿਲਹਾਲ ਜੋ ਮੈਂ ਪਹਿਲਾ ਪੁਆਇੰਟ ਆਪਣਾ ਵਿੱਚ ਰਹਿ ਗਿਆ ਰਿਫਿਊਜ਼ਲ ਕੇਸਿਸ ਨੂੰ ਲੈ ਕੇ ਕਿ ਕਿੰਨੇ ਕੁ ਚਾਂਸਿਸ ਨੇ ਕਿ ਰਿਫਿਊਜ਼ਲ ਕੇਸਿਸ ਸਟੂਡੈਂਟ ਜਿਹੜੇ ਨੇ ਅਪਲਾਈ ਕਰਦੇ ਨੇ ਤਾਂ ਉਹਨਾਂ ਦਾ ਵੀਜ਼ਾ ਆਉਂਦਾ ਹੈ। ਦੇਖੋ ਅੱਜ ਦੀ ਡੇਟ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਕੈਨੇਡਾ ਦੇ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੇ ਆ। ਬਿਲਕੁਲ ਜੀ। ਠੀਕ ਹੈ, ਕੈਨੇਡਾ ਤੋਂ ਬੱਚਾ UK ਦੇ ਵਿੱਚ ਡਾਇਵਰਟ ਹੋ ਰਿਹਾ ਆ। ਠੀਕ ਹੈ, ਅਸੀਂ ਬਹੁਤ ਸਾਰੇ ਵੀਜ਼ੇ ਲਏ ਹੋਏ ਆ ਜਿਹੜੇ ਕੈਨੇਡਾ, ਆਸਟ੍ਰੇਲੀਆ ਤੋਂ ਰਿਫਿਊਜ਼ਡ ਆ। ਆਰਾਮ ਨਾਲ ਆਪਾਂ ਨੂੰ ਸਿਰਫ ਦੱਸਣਾ ਪੈਂਦਾ ਹੈ ਹਾਈ ਕਮਿਸ਼ਨ ਨੂੰ ਕਿ ਸਾਡਾ ਇਸ ਡਿਸੀਜਨ ਕਰਕੇ ਵੀਜ਼ਾ ਰਿਫਿਊਜ਼ ਹੋਇਆ। ਇੱਕ ਜੈਨੂਇਨ ਐਪਲੀਕੈਂਟ ਹੋਏਗਾ ਤਾਂ ਹਾਈ ਕਮਿਸ਼ਨ ਉਹਨੂੰ ਫॉर श्योर ਵੀਜ਼ਾ ਦੇਗੀ ਹੀ ਦੇਗੀ। ਜੀ 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 ਬਿਲਕੁਲ। ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? हाय, मेरा नाम तानिया है जी। मैं लुधियाना से बात कर रही हूँ। हाँ जी, की सवाल है ਤੁਹਾਡਾ? मैं यूके के लिए पूछना चाहती थी, मुझे स्टडी वीजा के लिए अप्लाई करना है। अपनी प्रोफाइल ਦੱਸ ਦਿਓ ਤਾनिया जी। मैंने 12th किया हुआ है, अभी रिसेंटली कंप्लीट किया है इन 2020। हाँ जी। और 55% है मेरे, मैंने आर्ट्स स्ट्रीम से किया हुआ है। ओके। आइल्स कितना क्लियर तुसी? पीटी किया है मैंने। की स्कोर है ਤੁਹਾਡਾ? पीटी में मेरा ओवरऑल स्कोर है 58 जी। और नॉट लेस देन 54 इन राइटिंग। ओके जी। ਤੁਸੀਂ ਫॉर श्योर ਅਪਲਾਈ ਕਰ ਸਕਦੇ ਹੋ ਤਾਨੀਆ। ਇਹਦੇ ਵਾਸਤੇ ਜਿਹੜਾ ਤੁਹਾਨੂੰ ਕੋਰਸ ਮਿਲੇਗਾ, ਦੇਖੋ 55% ਮਾਰਕਸ ਆ ਤੁਹਾਡੇ +2 ਦੇ ਵਿੱਚ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈਗੀਆਂ ਜਿਹੜੀ ਤੁਹਾਨੂੰ ਡਾਇਰੈਕਟ ਐਡਮਿਸ਼ਨ ਨਹੀਂ ਦੇਣਗੀਆਂ, ਬਟ ਇਹਦੇ ਵਾਸਤੇ ਇਹ ਹੋਏਗਾ ਕਿ ਤੁਹਾਨੂੰ ਇੱਕ ਫਾਊਂਡੇਸ਼ਨ ਕੋਰਸ ਕਰਨਾ ਪਏਗਾ। ਹਰ ਇੱਕ ਯੂਨੀਵਰਸਿਟੀ ਫਾਊਂਡੇਸ਼ਨ ਦੇ ਨਾਲ ਤੁਹਾਨੂੰ ਐਡਮਿਸ਼ਨ ਦੇ ਦੇਗੀ। ਤੁਸੀਂ 1 ਸਾਲ ਫਾਊਂਡੇਸ਼ਨ ਕਰੋਗੇ, ਫਾਊਂਡੇਸ਼ਨ ਕੋਰਸ ਕਰਨ ਤੋਂ ਬਾਅਦ ਤੁਹਾਡੀ ਡਾਇਰੈਕਟ ਬੈਚਲਰਸ ਦੇ ਵਿੱਚ ਐਡਮਿਸ਼ਨ ਹੋ ਜਾਏਗੀ। ਤੁਹਾਡੀ ਇੱਕ ਟੋਟਲ ਜਿਹੜੀ ਕੋਰਸ ਦੀ ਡਿਊਰੇਸ਼ਨ ਆ ਇਹ 4 ਸਾਲ ਹੋ ਜਾਏਗੀ। जी 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 बिल्कुल ਐਡਮਿਸ਼ਨ ਮਿਲ ਜਾਏਗੀ, ਤੁਹਾਡਾ ਇਸ ਦੇ ਵਿੱਚ ਵੀਜ਼ਾ ਵੀ ਆ ਜਾਏਗਾ ਆਰਾਮ ਨਾਲ। ਜੀ ਬਿਲਕੁਲ। ਸੋ ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਹੈ, ਤੁਸੀਂ ਵੀ ਕਾਲ ਕਰਕੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਸ਼ੋਅ ਤੋਂ ਬਾਅਦ ਵੀ ਆਪਣੇ ਸਵਾਲਾਂ ਦੇ ਜਵਾਬ AECC ਗਲੋਬਲ ਕੰਪਨੀ ਦੀ ਟੀਮ ਤੋਂ ਲੈ ਸਕਦੇ ਹੋ। ਹੈਲੋ हेलो। हाँ जी, सत श्री अकाल जी। की नाम है, केड़ी जगह तो बोल रहे हो? हाँ जी, मेरा नाम है रमिंदर जी। हाँ जी, लुधियाने तो गल कर रहे हैं जी। की सवाल है ਤੁਹਾਡਾ रमिंदर जी? हाँ जी, मैं अपनी यूके ਦੀ प्रोफाइल बारे पूछना ਸੀਗਾ। हाँ जी, दसो प्रोफाइल दसो अपनी। हाँ जी, मैं ਕੀਤਾ ਹੈ बैचलर इन हॉस्पिटैलिटी मैनेजमेंट ओके 2018 ਦੇ ਵਿੱਚ जी विद 58%। जी ठीक है। ਤੇ 2018 ਤੋਂ ਬਾਅਦ ਟਿਲ ਡੇਟ ਤੱਕ ਮੈਂ ਐਜ਼ ਅ ਮੈਨੇਜਰ ਕੰਮ ਕਰ ਰਿਹਾ ठीक है 3 ਸਟਾਰ ਹੋਟਲ ਦੇ ਵਿੱਚ। जी। ਤੇ ਇਹ ਪੁੱਛਣਾ ਸੀਗਾ, ਆਇਲਸ ਅਜੇ ਮੈਂ ਸਟਾਰਟ ਨਹੀਂ ਕੀਤੀ, ਵਿਦਆਊਟ ਆਇਲਸ ਪੋਸੀਬਲ ਹੈ ਯੂਕੇ? ओके जी। ਵਿਦਆਊਟ ਆਇਲਸ ਦੇ ਵਿੱਚ ਰਮਿੰਦਰ ਸਾਨੂੰ ਪਹਿਲਾਂ ਦੇਖਣਾ ਪਏਗਾ ਕਿ ਜਿਹੜੀ ਤੁਹਾਡੀ ਐਜੂਕੇਸ਼ਨ ਆ ਇਹ ਕਿਹੜੀ ਯੂਨੀਵਰਸਿਟੀ ਤੋਂ ਹੋਈ ਆ। ਤੁਸੀਂ ਮੈਨੂੰ ਦੱਸੋਗੇ ਕਿ ਪੰਜਾਬੀ ਯੂਨੀਵਰਸਿਟੀ ਹੈ। ਪੰਜਾਬੀ ਯੂਨੀਵਰਸਿਟੀ ਤੋਂ ਤੁਹਾਨੂੰ ਇੱਕ ਮੀਡੀਅਮ ਆਫ ਇੰਸਟਰਕਸ਼ਨ ਹੋਏਗਾ। ਉਹਦੇ ਵਿੱਚ ਉਹ ਤੁਹਾਨੂੰ ਲਿਖ ਕੇ ਦੇਣਗੇ ਕਿ ਜਿਹੜੀ ਤੁਹਾਡੀ ਐਜੂਕੇਸ਼ਨ ਆ ਇਹ ਸਾਰੀ ਇੰਗਲਿਸ਼ ਦੇ ਵਿੱਚ ਹੋਈ ਆ। ਠੀਕ ਹੈ, ਅਗਰ ਤੁਸੀਂ ਉਹ ਲੈਟਰ ਸਾਨੂੰ ਅਰੇਂਜ ਕਰਵਾ ਕੇ ਦੇ ਸਕਦੇ ਹੋ ਤਾਂ ਆਪਾਂ ਤੁਹਾਡਾ ਵਿਦਆਊਟ ਆਇਲਸ ਪ੍ਰੋਸੈਸ ਕਰ ਸਕਦੇ ਹਾਂ। ਇਹਦੇ ਵਿੱਚ ਤੁਹਾਨੂੰ ਜਿਹੜਾ ਕੋਰਸ ਮਿਲੇਗਾ ਉਹ ਹਸਪਿਟੈਲਿਟੀ ਮੈਨੇਜਮੈਂਟ ਦਾ ਮਿਲੇਗਾ। ਜੀ ਠੀਕ ਹੈ, ਇਵੈਂਟ ਮੈਨੇਜਮੈਂਟ, ਹਸਪਿਟੈਲਿਟੀ ਮੈਨੇਜਮੈਂਟ, ਇਹਦੇ ਵਿੱਚ ਤੁਸੀਂ ਆਰਾਮ ਨਾਲ ਐਡਮਿਸ਼ਨ ਲੈ ਸਕਦੇ ਹੋ। ਜੀ ਜੀ ਜੀ। ਕਿਹੜੀ ਸਿਟੀ ਦੇ ਵਿੱਚ ਪੋਸੀਬਲ ਹੈ? ਤੁਸੀਂ ਕਿਹੜੀ ਸਿਟੀ ਦੇ ਵਿੱਚ ਜਾਣਾ ਚਾਹੁੰਦੇ ਹੋ?
मतलब ऐसे कोई प्रेफरेंस नहीं है As such- अगर नियर टू लंदन हो जाए। ਲੰਡਨ ਦੇ ਲਾਗੇ ਜਿਹੜਾ ਮਿਲ ਜਾਏਗਾ ਤੁਹਾਨੂੰ ਬੈਡਫੋਰਡਸ਼ਾਇਰ ਮਿਲ ਜਾਏਗਾ, ਯੂਨੀਵਰਸਿਟੀ ਆਫ ਐਸੈਕਸ ਮਿਲ ਜਾਏਗੀ, ਹਰਟਫੋਰਡਸ਼ਾਇਰ ਮਿਲ ਜਾਏਗਾ, ਠੀਕ ਹੈ। ਦੈਨ ਉਸ ਤੋਂ ਬਾਅਦ ਇੱਕ ਯੂਨੀਵਰਸਿਟੀ ਹੈਗੀ ਕਵੈਂਟਰੀ ਯੂਨੀਵਰਸਿਟੀ ਆ, ਉਹ ਲੰਡਨ ਦੇ ਵਿੱਚ ਹੀ ਪੈਂਦੀ ਆ। ਇੱਕ ਹੈ ਨਾ ਜਿੱਦਾਂ ਤੁਸੀਂ ਵਿਦਆਊਟ ਆਇਲਸ ਦੇਖ ਰਹੇ ਹੋ, ਜਦੋਂ ਤੁਹਾਡਾ ਆਫਰ ਇਸ਼ੂ ਹੋ ਜਾਏਗਾ ਤੁਹਾਨੂੰ ਇੱਕ ਟੈਸਟ ਬੁੱਕ ਕਰਨਾ ਪਏਗਾ ਕਵੈਂਟਰੀ ਯੂਨੀਵਰਸਿਟੀ ਦਾ। ਅਗਰ ਤੁਸੀਂ ਉਹ ਟੈਸਟ ਕਲੀਅਰ ਕਰ ਲੈਂਦੇ ਹੋ, ਯੂਨੀਵਰਸਿਟੀ ਦਾ ਇਨ ਹਾਊਸ ਟੈਸਟ ਹੋਏਗਾ 4 ਘੰਟੇ ਦਾ। ਟੈਸਟ ਕਲੀਅਰ ਕਰਨ ਤੋਂ ਬਾਅਦ ਉਹ ਤੁਹਾਨੂੰ ਵਿਦਆਊਟ ਆਇਲਸ ਆਫਰ ਦੇ ਦੇਣਗੇ, ਉਹਦੇ ਵਾਸਤੇ ਤੁਹਾਨੂੰ ਆਇਲਸ ਨਹੀਂ ਰਿਕੁਆਇਰਡ। जी ठीक है, आयल्स की रिक्वायरमेंट नहीं है। जी, ये टोटल खर्चा कितना का आएगा, बजट अगर लेके चलिए अप फ्रंट कितना लगेगा? ਅਗਰ ਤੁਸੀਂ ਟੋਟਲ ਖਰਚੇ ਦੀ ਗੱਲ ਕਰਦੇ ਹੋ ਆਫਟਰ ਸਕਾਲਰਸ਼ਿਪ ਵਗੈਰਾ ਪਾ ਕੇ ਸਾਰਾ ਨੀਅਰਲੀ ਤੁਹਾਡਾ 14 ਕੁ ਲੱਖ ਤੁਹਾਡੀ ਫੀਸ ਹੋਏਗੀ ਯੂਨੀਵਰਸਿਟੀ ਦੀ 1 ਸਾਲ ਦੀ। ਉਸ ਤੋਂ ਇਲਾਵਾ 75,000 ਤੁਹਾਡੀ ਇੰਸ਼ੋਰੈਂਸ ਜਾਏਗੀ, जी ਠੀਕ ਹੈ, ਤੇ ਨੀਅਰਲੀ 35-36,000 ਤੁਹਾਡੀ ਐਮਬੈਸੀ ਫੀਸ ਜਾਏਗੀ। ਜੀ ਜੀ ਬਿਲਕੁਲ। ਤੇ ਇਸੇ ਤਰੀਕੇ ਨਾਲ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸਟੂਡੈਂਟਸ ਨੇ ਜਾਂ ਸਾਡੇ ਦਰਸ਼ਕ ਨੇ ਸਾਡੇ ਸ਼ੋਅ ਦਾ ਹਿੱਸਾ ਬਣਨ। ਸੋ ਨੰਬਰ ਲਗਾਤਾਰ ਡਿਸਪਲੇ ਇਸ ਨੂੰ ਨੋਟ ਜ਼ਰੂਰ ਕਰਕੇ ਰੱਖੋ। ਕਈ ਵਾਰੀ ਸ਼ੋਅ ਵਿੱਚ ਕਾਲ ਨਹੀਂ ਲੱਗਦੀ ਤਾਂ ਸ਼ੋਅ ਤੋਂ ਬਾਅਦ ਵੀ ਤੁਸੀਂ ਸੇਮ ਇਹਨਾਂ ਨੰਬਰ ਦੇ ਉੱਪਰ ਕਾਲ ਕਰਕੇ ਹੀ ਜੋ ਹੈ ਆਪਣੇ ਸਵਾਲਾਂ ਦਾ ਜਵਾਬ ਜ਼ਰੂਰ ਲੈ ਸਕਦੇ ਹੋ। ਸੋ ਕਈ ਢੇਰ ਸਾਰੇ ਸਵਾਲ ਹੋਰ ਵੀ ਨੇ, ਫਿਲਹਾਲ ਮੈਂ ਕਾਲ ਰਿਸੀਵ ਨਹੀਂ ਕਰਾਂਗੀ ਕਿਉਂਕਿ ਇੱਕ ਸਵਾਲ ਬਹੁਤ ਜ਼ਰੂਰੀ ਸਾਡੇ ਕੋਲ ਈਮੇਲਸ ਜਾਂ ਮੈਸੇजेस ਥਰੂ ਵੀ ਆਉਂਦੇ ਰਹਿੰਦੇ ਨੇ। ਪੁੱਛਦੇ ਨੇ ਸਟੂਡੈਂਟਸ ਕਿ ਪ੍ਰਾਇੋਰਟੀ ਸਰਵਿਸਿਜ਼ ਹੁਣ ਸਟਾਰਟ ਹੈ ਕਿ ਨਹੀਂ ਹੈ, ਕੀ ਪ੍ਰੋਸੈਸ ਹੈ? ਨਹੀਂ, ਹਜੇ ਪ੍ਰਾਇੋਰਟੀ ਸਰਵਿਸਿਜ਼ ਨਹੀਂ ਸਟਾਰਟ ਹੋਈਆਂ ਹੈਗੀਆਂ। ਜੀ। ਯੂਕੇ ਦੇ ਵਾਸਤੇ ਨਾਰਮਲ ਸਰਵਿਸ ਹੀ ਚੱਲ ਰਹੀ ਆ ਹਜੇ, ਠੀਕ ਹੈ। ਪ੍ਰਾਇੋਰਟੀ ਸਰਵਿਸ ਦਾ ਹਜੇ ਐਸ ਸੱਚ ਕੋਈ ਨਿਊਜ਼ ਨਹੀਂ ਹੈਗੀ ਕਿ ਕਦੋਂ ਤੱਕ ਇਹ ਸਟਾਰਟ ਹੋਣਗੀਆਂ। ਬੱਚੇ ਨੂੰ ਨਾਰਮਲ ਦੇ ਵਿੱਚ ਹੀ ਫਾਈਲ ਲਗਾਣੀ ਪਏਗੀ, ਜਿਹਦਾ ਟਾਈਮ ਫਰੇਮ ਹੈਗਾ ਨੀਅਰਲੀ 35-40 ਦਿਨ ਲੈ ਰਹੀ ਆ ਐਮਬੈਸੀ। ਇਸ ਕਰਕੇ ਜਿਹੜਾ ਬੱਚਾ ਜਿੰਨੀ ਜਲਦੀ ਪ੍ਰੋਸੈਸ ਕਰੇਗਾ ਉਨੀ ਜਲਦੀ ਉਹਦਾ ਵੀਜ਼ਾ ਡਿਸੀਜਨ ਔਨ ਟਾਈਮ ਆਏਗਾ, ਤਾਂ ਹੀ ਉਹ ਸਪਟੈਂਬਰ ਇਨਟੇਕ ਵਾਸਤੇ ਜਾ ਪਾਏਗਾ। ਜੀ 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 ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਦਰਸ਼ਕ ਸਮਝ ਰਹੇ ਨੇ। ਅਗਰ ਆਪਾਂ ਦੇਖੀਏ ਕਿ ਕੈਨੇਡਾ ਵਿੱਚ ਵੀ ਥੋੜਾ ਡਿਲੇ ਚੱਲ ਰਿਹਾ ਸੀਗਾ, ਤਾਂ ਯੂਕੇ ਦੇ ਅਗਰ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਕਿੰਨਾ ਕੁ ਟਾਈਮ ਵੀਜ਼ਾ ਐਪਲੀਕੇਸ਼ਨ ਤੋਂ ਬਾਅਦ ਆਪਾਂ ਸਟੂਡੈਂਟ ਨੂੰ ਕਹੀਏ ਕਿ ਉਹ ਮੰਨ ਕੇ ਚੱਲੇ? ਜਦੋਂ ਆਪਾਂ ਫਾਈਲ ਬੱਚੇ ਦੀ ਲੌਂਚ ਕਰ ਦਿੰਦੇ ਆ, ਐਮਬੈਸੀ ਦੇ ਵਿੱਚ ਪੁੱਟ ਕਰ ਦਿੰਦੇ ਆ, ਤਾਂ ਉਸ ਤੋਂ ਬਾਅਦ ਨੀਅਰਲੀ 40-45 ਦਿਨ ਦਾ ਟਾਈਮ ਲੈ ਰਹੀ ਆ ਐਮਬੈਸੀ, ਠੀਕ ਹੈ, ਵੀਜ਼ਾ ਦੇਣ ਵਾਸਤੇ। ਜੀ 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 ਠੀਕ ਹੈ। ਬਾਕੀ ਡਿਪੈਂਡ ਆ ਕੇਸ ਟੂ ਕੇਸ। ਨੀਅਰਲੀ 40-45 ਦਿਨ ਤੁਸੀਂ ਲਗਾ ਕੇ ਚੱਲੋ। ਠੀਕ ਹੈ, ਬਿਲਕੁਲ। ਸੋ ਸਾਡੇ ਕੋਲ ਜਿੰਨੇ ਵੀ ਸਵਾਲ ਪਹੁੰਚਦੇ ਰਹਿੰਦੇ ਨੇ, ਅਸੀਂ ਲਗਾਤਾਰ ਐਕਸਪਰਟਸ ਨੂੰ ਬੁਲਾਉਂਦੇ ਹਾਂ ਤਾਂ ਕਿ ਸਿਰਫ ਸਹੀ ਜਾਣਕਾਰੀ ਦੇ ਉੱਪਰ ਚੱਲਦਿਆਂ ਹੀ ਤੁਸੀਂ ਜੋ ਹੈ ਆਪਣਾ ਵੀਜ਼ਾ ਪ੍ਰੋਸੈਸ ਕਰੋ। ਫੀਸ ਨੂੰ ਲੈ ਕੇ ਸਟੂਡੈਂਟਸ ਦੇ ਢੇਰ ਸਾਰੇ ਸਵਾਲ ਰਹਿੰਦੇ ਨੇ, ਤਾਂ ਯੂਕੇ ਬਾਰੇ ਵੀ ਮੈਂ ਜ਼ਰੂਰ ਚਾਹਾਂਗੀ ਕਿ ਮੈਂ ਤੁਹਾਡੀ ਕੰਪਨੀ ਬਾਰੇ ਜ਼ਰੂਰ ਪੁੱਛਣਾ ਚਾਹਾਂਗੀ ਕਿ ਬਿਫੋਰ ਜਾਂ ਆਫਟਰ ਸਰਵਿਸਿਜ਼ ਵਿੱਚ ਕਿਸ ਤਰ੍ਹਾਂ ਦਾ ਫੀਸ ਸਟਰਕਚਰ ਹੈ ਔਰ ਕਿਸ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਵਾਈ ਜਾਂਦੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ AECC ਗਲੋਬਲ ਕਿਸੇ ਵੀ ਬੱਚੇ ਤੋਂ ਉਹਦੇ ਕੰਮ ਦਾ ਕੋਈ ਪੈਸਾ ਚਾਰਜ ਨਹੀਂ ਕਰਦਾ ਜੀ। ਜਿੰਨੀਆਂ ਵੀ ਸਾਡੀਆਂ ਸਰਵਿਸਿਜ਼ ਆ ਸਾਰੀਆਂ ਫ੍ਰੀ ਆਫ ਕਾਸਟ ਆ। ਨਾ ਹੀ ਬਿਫੋਰ ਵੀਜ਼ਾ ਸਾਡੀ ਕੋਈ ਫੀਸ ਆ ਤੇ ਨਾ ਹੀ ਆਫਟਰ ਵੀਜ਼ਾ ਕੀ ਫੀਸ ਆ। ਪਰ ਅਗਰ ਤੁਸੀਂ ਮਾਰਕੀਟ ਦੇ ਵਿੱਚ ਦੇਖਦੇ ਹੋ, ਅੱਜ ਕੱਲ ਸਟੂਡੈਂਟ ਪ੍ਰੋਸੈਸਿੰਗ ਫੀਸ ਦੇ ਨਾਮ ਦੇ ਉੱਤੇ ਬੱਚੇ ਕੋਲ ਬਹੁਤ ਜ਼ਿਆਦਾ ਪੈਸੇ ਲੈ ਰਹੇ ਆ, ਠੀਕ ਹੈ। ਅਸੀਂ ਕੋਈ ਪੈਸਾ ਨਹੀਂ ਲੈਂਦੇ ਹੈਗੇ, ਠੀਕ ਹੈ। ਨਾ ਹੀ ਸਪਾਊਸ ਕੇਸ ਦਾ ਅਸੀਂ ਕੋਈ ਚਾਰਜ ਕਰਾਂਗੇ ਤੇ ਨਾ ਹੀ ਅਸੀਂ ਸਟੂਡੈਂਟ ਵੀਜ਼ਾ ਦਾ ਕੋਈ ਚਾਰਜ ਕਰਾਂਗੇ। ਜੀ 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 ਬਿਲਕੁਲ। ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਗਲੋਬਲ ਐਜੂਕੇਸ਼ਨ ਫੇਅਰ ਵੀ ਆਰਗੇਨਾਈਜ਼ ਕੀਤਾ ਜਾ ਰਿਹਾ ਹੈ AECC ਗਲੋਬਲ ਵੱਲੋਂ। ਡੇਟਸ ਵੀ ਤੁਹਾਨੂੰ ਦੱਸ ਦਿੰਦੀ ਹਾਂ, 7 ਜੁਲਾਈ ਨੂੰ ਲੁਧਿਆਣਾ, 8 ਜੁਲਾਈ ਨੂੰ ਜਲੰਧਰ ਅਤੇ 9 ਜੁਲਾਈ ਨੂੰ ਚੰਡੀਗੜ੍ਹ ਵਿੱਚ ਹੈ। ਸੋ ਤੁਸੀਂ ਇਸ ਫੇਅਰ ਦਾ ਹਿੱਸਾ ਜ਼ਰੂਰ ਬਣੋ ਤਾਂ ਕਿ ਤੁਸੀਂ ਬੈਸਟ ਆਪਸ਼ਨਸ ਉੱਪਰ ਚੱਲਦੇ ਹੋਏ ਆਪਣੀ ਜ਼ਿੰਦਗੀ ਦਾ ਸਹੀ ਰਾਹ ਚੁਣ ਸਕੋ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜੀ ਮੈਂ ਜਸ਼ਨ ਬੋਲ ਰਹੀ ਹਾਂ ਪਟਿਆਲੇ ਤੋਂ। ਹਾਂਜੀ ਜਸ਼ਨ ਜੀ, ਕੀ ਸਵਾਲ ਹੈ? ਮੈਡਮ ਮੈਂ ਪੁੱਛਣਾ ਚਾਹ ਰਹੀ ਸੀ, ਮੈਂ ਨਾ GNM ਕੀਤੀ ਹੈ 12ਵੀਂ ਤੋਂ ਬਾਅਦ। ਓਕੇ। ਤੇ ਮੇਰੇ ਆਈਲੈਟਸ 'ਚ 6 ਬੈਂਡ ਨਾ ਜੀ। ਤੇ ਮੈਡਮ ਮੈਂ UK ਜਾਣਾ ਚਾਹੁੰਦੀ ਹੈਗੀ ਆ ਤੇ ਮੇਰੇ ਹਸਬੈਂਡ ਤੇ ਮੇਰਾ ਇੱਕ ਬੱਚਾ ਵੀ ਹੈਗਾ। ਜੀ ਜੀ। ਕੀ ਮੈਂ UK ਜਾ ਸਕਦੀ ਹਾਂ? ਸਪਾਊਸ ਅਤੇ ਆਪਣੇ ਬੱਚੇ ਨਾਲ ਜਾਣਾ ਚਾਹੁੰਦੇ ਹੋ ਤੁਸੀਂ? ਹਾਂਜੀ ਹਾਂਜੀ। ਓਕੇ। ਆਫ ਕੋਰਸ ਤੁਸੀਂ UK ਜਾ ਸਕਦੇ ਹੋ। ਤੁਸੀਂ GNM ਕੀਤੀ ਹੋਈ ਹੈ, GNM ਤੋਂ ਬਾਅਦ ਤੁਹਾਨੂੰ ਇੱਕ ਡਾਇਰੈਕਟ ਤੀਸਰੇ ਸਾਲ ਦੇ ਵਿੱਚ ਐਡਮਿਸ਼ਨ ਮਿਲ ਜਾਏਗੀ, ਜਿਨ੍ਹਾਂ ਨੂੰ ਕਹਿੰਦੇ ਆ ਕਿ BSc ਨਰਸਿੰਗ ਟੌਪ-ਅਪ। ਨਰਸਿੰਗ ਟੌਪ-ਅਪ ਦੇ ਵਿੱਚ ਤੁਹਾਨੂੰ 1 ਸਾਲ ਪੜ੍ਹਨਾ ਪਏਗਾ। ਉਸ ਤੋਂ ਬਾਅਦ ਤੁਹਾਨੂੰ ਗ੍ਰੈਜੂਏਟ ਰੂਟ ਲਈ ਮਤਲਬ ਪੋਸਟ ਸਟੱਡੀ ਵਰਕ ਪਰਮਿਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਇਸ ਕੇਸ ਦੇ ਵਿੱਚ ਤੁਸੀਂ ਆਪਣੇ ਬੱਚੇ ਤੇ ਆਪਣੇ ਹਸਬੈਂਡ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ। ਜੀ ਬਿਲਕੁਲ। ਸੋ ਢੇਰ ਸਾਰੀ ਪ੍ਰੋਫਾਈਲਸ ਹੁੰਦੀਆਂ ਅਲੱਗ-ਅਲੱਗ, ਉਸ ਦੇ ਹਿਸਾਬ ਨਾਲ ਸਵਾਲ ਹੁੰਦੇ ਨੇ ਤੇ ਸਾਨੂੰ ਅੱਛਾ ਲੱਗਦਾ ਜਦੋਂ ਸਾਨੂੰ ਕਾਲ ਕਰਕੇ ਸਵਾਲਾਂ ਦੇ ਤੁਹਾਨੂੰ ਸਹੀ ਜਵਾਬ ਮਿਲ ਪਾਉਂਦੇ ਨੇ। ਸੋ ਮੈਂ ਇਸ ਗਲੋਬਲ ਐਜੂਕੇਸ਼ਨ ਫੇਅਰ ਬਾਰੇ ਵੀ ਤੁਹਾਡੇ ਤੋਂ ਥੋੜਾ ਜਾਣਨਾ ਚਾਹੂੰਗੀ, ਜੋ 7, 8 ਅਤੇ 9 ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਤੁਹਾਡੀ ਕੰਪਨੀ ਵੱਲੋਂ। ਕੀ ਖਾਸ ਰਹਿਣ ਵਾਲਾ ਇਸ ਫੇਅਰ ਦੇ ਵਿੱਚ?
7 8 9 ਨੂੰ ਸਾਡਾ ਜਿਹੜਾ ਫੇਅਰ ਚੱਲ ਰਿਹਾ ਮਤਲਬ ਫੇਅਰ ਹੋਏਗਾ ਇਹਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਪਾਰਟਿਸਿਪੇਟ ਕਰ ਰਹੀਆਂ ਆ। ਇਹਦੇ ਵਿੱਚ ਕੈਨੇਡੀਅਨ ਇੰਸਟੀਚਿਊਟਸ ਆਣਗੇ, ਆਸਟ੍ਰੇਲੀਅਨ ਆਣਗੇ, ਨਿਊਜ਼ੀਲੈਂਡ ਤੋਂ ਆਏਗਾ, ਯੂਕੇ ਤੋਂ ਆਏਗਾ, ਈਵਨ ਯੂਐਸ ਤੋਂ ਵੀ ਆਏਗਾ। ਇਹਦੇ ਵਿੱਚ ਇਹਦੇ ਕੋਈ ਚਾਰजेस ਵਗੈਰਾ ਨਹੀਂ ਹੈਗੇ, ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈਗੀ। ਬੱਚਾ ਡਾਇਰੈਕਟ ਯੂਨੀਵਰਸਿਟੀਜ਼ ਦੇ ਨਾਲ ਇੰਟਰੈਕਟ ਕਰ ਸਕਦਾ ਆ, ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦਾ। ਮਤਲਬ ਔਨ ਸਪੌਟ ਫੇਅਰ ਅਟੈਂਡ ਕਰਨ ਦਾ ਇਹ ਫਾਇਦਾ ਹੋਏਗਾ ਕਿ ਅਗਰ ਇੱਕ ਯੂਨੀਵਰਸਿਟੀ ਬੱਚੇ ਨੂੰ ਮਨਾ ਕਰ ਰਹੀ ਆ ਤਾਂ ਉਹ ਦੂਜੀ ਯੂਨੀਵਰਸਿਟੀ ਨਾਲ ਪ੍ਰੋਫਾਈਲ ਡਿਸਕਸ ਕਰ ਸਕਦਾ ਹੈ। ਤੇ ਕੁਝ ਇਦਾਂ ਦੇ ਵੀ ਕਾਲਜਸ ਹੋਣਗੇ ਜਿਹੜੇ ਬੱਚੇ ਨੂੰ ਔਨ ਸਪੌਟ ਆਫਰ ਵੀ ਦੇ ਸਕਦੇ ਆ। ਤੇ ਮੈਂ ਬੱਚੇ ਨੂੰ ਸਭ ਨੂੰ ਇਹੀ ਰეკਮੈਂਡ ਕਰੂੰਗਾ ਕਿ ਸਾਡੇ ਇਸ ਫੇਅਰ ਦਾ ਹਿੱਸਾ ਬਣੋ, ਤੁਸੀਂ ਆ ਕੇ ਇਸ ਦਾ ਫਾਇਦਾ ਲਓ ਤੇ ਆਪਣੀ ਪ੍ਰੋਫਾਈਲ ਡਿਸਕਸ ਕਰੋ ਤੇ ਅਗਲਾ ਪ੍ਰੋਸੈਸ ਵਗੈਰਾ ਸਟਾਰਟ ਕਰੋ ਆਪਣਾ। ਜੀ ਬਿਲਕੁਲ, ਇੱਕ ਵਾਰ ਫਿਰ ਤੋਂ ਡੇਟਸ ਵੀ ਤੁਹਾਨੂੰ ਮੈਂ ਦੱਸ ਦੇਣੀ ਔਰ ਨਾਲ ਦੀ ਨਾਲ ਪੂਰੀ ਜੋ ਇਸ ਗਲੋਬਲ ਐਜੂਕੇਸ਼ਨ ਫੇਅਰ ਦੀ ਜੋ ਡਿਟੇਲਸ ਨੇ ਸਕਰੋਲ ਦੇ ਵਿੱਚ ਵੀ ਚੱਲ ਰਹੀਆਂ ਨੇ, ਤੁਸੀਂ ਜ਼ਰੂਰ ਨੋਟ ਕਰ ਲਓ ਕਿ 7 ਜੁਲਾਈ ਨੂੰ ਲੁਧਿਆਣਾ, 8 ਜੁਲਾਈ ਨੂੰ ਜਲੰਧਰ ਅਤੇ 9 ਜੁਲਾਈ ਨੂੰ ਚੰਡੀਗੜ੍ਹ ਵਿੱਚ ਗਲੋਬਲ ਐਜੂਕੇਸ਼ਨ ਫੇਅਰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ AECC ਗਲੋਬਲ ਕੰਪਨੀ ਵੱਲੋਂ, ਜਿੱਥੇ ਐਕਸਪਰਟਸ ਹੋਣਗੇ, ਅਲੱਗ-ਅਲੱਗ ਕਾਲਜਸ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵ ਉੱਥੇ ਪਹੁੰਚਣਗੇ। ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਏਗੀ, ਤੁਹਾਡੇ ਡਾਕੂਮੈਂਟਸ ਦੀ ਔਨ ਸਪੌਟ ਅਸੈਸਮੈਂਟ ਕੀਤੀ ਜਾਏਗੀ। ਸੋ ਕਾਫੀ ਅੱਛੀ ਆਪਸ਼ਨਸ ਆ, ਤੁਹਾਨੂੰ ਇੱਥੇ ਫਾਇਦਾ ਜ਼ਰੂਰ ਮਿਲ ਸਕਦਾ ਹੈ। ਅੱਜ ਅਸੀਂ ਇਸ ਸ਼ੋਅ ਦੇ ਵਿੱਚ ਯੂਕੇ ਬਾਰੇ ਗੱਲ ਕਰ ਰਹੇ ਹਾਂ ਤਾਂ ਮੈਂ ਇਹ ਵੀ ਜਾਣਨਾ ਚਾਹੂੰਗੀ, ਜਿੱਥੇ ਆਪਾਂ ਬਿਫੋਰ ਐਂਡ ਆਫਟਰ ਫੀ ਸਟਰਕਚਰ ਦੀ ਗੱਲ ਕਰ ਰਹੇ ਸੀ, ਕਿੰਨਾ ਕੁ ਮਿਨੀਮਮ ਡਿਪੋਜ਼ਿਟ ਚਾਹੀਦਾ ਹੈ ਅਗਰ ਵੀਜ਼ਾ ਅਪਲਾਈ ਕਰ ਰਹੇ ਨੇ ਯੂਕੇ ਦੇ ਲਈ? ਅਗਰ ਬੱਚਾ ਯੂਕੇ ਵਾਸਤੇ ਵੀਜ਼ਾ ਅਪਲਾਈ ਕਰ ਰਿਹਾ ਆ, ਅਗਰ ਬੱਚੇ ਨੇ 2 ਲੱਖ ਜਾਂ 3 ਲੱਖ ਫੀਸ ਡਿਪੋਜ਼ਿਟ ਕਰ ਦਿੱਤੀ ਹੈ ਯੂਨੀਵਰਸਿਟੀ ਨੂੰ, ਉਹਦੇ ਵਾਸਤੇ ਜੋ ਪੈਂਡਿੰਗ ਫੀਸ ਹੋਏਗੀ ਬੱਚੇ ਦੀ, ਮਤਲਬ ਲੈਟ ਸਪੋਜ਼ ਕਿ ਟੋਟਲ ਫੀਸ ਹੈਗੀ ਹੈ ਯੂਨੀਵਰਸਿਟੀ ਦੀ 15 ਲੱਖ, ਉਹਦੇ ਵਿੱਚ ਬੱਚੇ ਨੇ 3 ਲੱਖ ਜਮ੍ਹਾਂ ਕਰਵਾ ਦਿੱਤਾ ਹੈ, ਯੂਨੀਵਰਸਿਟੀ ਨੂੰ ਪੇ ਕਰ ਦਿੱਤਾ ਆ। ਇੱਕ ਤਾਂ 12 ਲੱਖ ਬੱਚੇ ਨੂੰ ਸ਼ੋ ਕਰਨਾ ਪਏਗਾ। ਉਸ ਤੋਂ ਇਲਾਵਾ ਅਗਰ ਬੱਚਾ ਲੰਡਨ ਜਾ ਰਿਹਾ, ਲੰਡਨ ਵਾਸਤੇ ਬੱਚੇ ਨੂੰ 13 ਲੱਖ ਅਲੱਗ ਤੋਂ ਸ਼ੋ ਕਰਨਾ ਪਏਗਾ ਵਿਦ ਦਾ ਪੈਂਡਿੰਗ ਫੀਸ। ਅਗਰ ਲੰਡਨ ਤੋਂ ਬਾਹਰ ਜਾ ਰਿਹਾ ਤਾਂ ਬੱਚੇ ਨੂੰ 10 ਲੱਖ ਸ਼ੋ ਕਰਨਾ ਪਏਗਾ ਫੀਸ ਨਾਲ ਐਡ ਕਰਕੇ। ਠੀਕ ਹੈ, ਅਪਰੋਕਸੀਮੇਟਲੀ 23 ਤੋਂ 25 ਲੱਖ ਰੁਪਈਆ ਬੱਚੇ ਨੂੰ ਸ਼ੋ ਕਰਨਾ ਪਏਗਾ ਤੇ 3 ਲੱਖ ਪੇ ਕਰਕੇ ਬੱਚਾ ਵੀਜ਼ਾ ਲੈ ਸਕਦਾ। ਓਕੇ, ਮਤਲਬ ਵੀ ਜਿਸ ਤਰੀਕੇ ਨਾਲ ਕਿਸੇ ਦਾ ਬਜਟ ਹੋਵੇ ਉਸ ਹਿਸਾਬ ਨਾਲ ਪ੍ਰੋਵਿੰਸ ਦੀ ਚੋਣ ਕਰਕੇ ਆਪਣੇ ਖਰਚੇ ਨੂੰ ਤੁਸੀਂ ਮੈਨੇਜ ਕਰ ਸਕਦੇ ਹੋ। ਤੇ ਮੈਂ ਕੋਰਸ ਸਿਲੈਕਸ਼ਨ ਨੂੰ ਲੈ ਕੇ ਗੱਲ ਕਰਨਾ ਚਾਹ ਰਹੀ ਸੀ, ਜਿਵੇਂ ਕੁਝ ਕਾਲਸ ਆਈਆਂ ਸੀ ਆਪਣੇ ਕੋਰਸ ਨੂੰ ਲੈ ਕੇ, ਉਹ ਪੁੱਛਣਾ ਚਾਹ ਰਹੇ ਸੀ ਤੇ ਕਿਹੜੀ ਚੀਜ਼ਾਂ ਨੂੰ ਵੇਖਦੇ ਹੋਏ ਸਟੂਡੈਂਟ ਨੂੰ ਤੁਸੀਂ ਕੋਰਸ ਬਾਰੇ ਗੱਲ ਕਰਦੇ? ਕਿਉਂਕਿ ਜਿਵੇਂ ਇੱਕ ਪ੍ਰੋਫਾਈਲ ਸੀ, ਉਹਨਾਂ ਨੇ ਕਿਹਾ ਕਾਫੀ ਟਾਈਮ ਹੋ ਗਿਆ, ਉਸ ਤੋਂ ਬਾਅਦ ਉਹ ਜੌਬ ਕਰ ਰਹੇ ਨੇ। ਕਈ ਵਾਰੀ ਹੁੰਦਾ ਕੁਆਲੀਫਿਕੇਸ਼ਨ ਕਿਸੇ ਹੋਰ ਫੀਲਡ ਵਿੱਚ ਹੈ, ਜੌਬ ਕਿਸੇ ਹੋਰ ਫੀਲਡ ਵਿੱਚ ਕਰ ਰਹੇ ਨੇ, ਤਾਂ ਕੀ ਕੰਬੀਨੇਸ਼ਨ ਬਿਠਾਉਣਾ ਹੁੰਦਾ ਕਿ ਅੱਗੋਂ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਜੇ? ਅਗਰ ਬੱਚੇ ਦੇ ਕੋਲ 4-5 ਸਾਲ ਦਾ ਐਕਸਪੀਰੀਅੰਸ ਹੈਗਾ ਆ, ਜਿਸ ਫੀਲਡ ਦੇ ਵਿੱਚ ਬੱਚੇ ਕੋਲ ਐਕਸਪੀਰੀਅੰਸ ਹੈਗਾ ਆ ਉਹੀ ਫੀਲਡ ਅੱਗੇ ਕੰਟੀਨਿਊ ਕਰ ਸਕਦਾ। ਲੈਟ ਸਪੋਜ਼ ਕਿ ਅਗਰ ਬੱਚੇ ਕੋ ਮੈਨੇਜਰ ਦਾ ਐਕਸਪੀਰੀਅੰਸ ਆ, 5 ਸਾਲ ਤੋਂ ਬੱਚਾ ਮਤਲਬ ਕੋਈ ਵੀ ਸਟੂਡੈਂਟ 5 ਸਾਲ ਤੋਂ ਇੱਕ ਮੈਨੇਜਰ ਦੀ ਪੋਸਟ ਤੇ ਕੰਮ ਕਰ ਰਿਹਾ, ਉਹ ਅੱਗੇ MBA ਲੈ ਕੇ ਜਾ ਸਕਦਾ ਆ। ਚਾਹੇ ਉਹ ਮੈਟਰ ਨਹੀਂ ਕਰੇਗਾ ਕਿ ਉਹਦੀ ਜਿਹੜੀ ਗ੍ਰੈਜੂਏਸ਼ਨ ਆ BA ਆ ਜਾਂ ਕਿਸ ਫੀਲਡ ਦੇ ਵਿੱਚ ਹੋਈ ਆ, ਬਟ ਉਹਦੇ ਕੋਲ ਐਕਸਪੀਰੀਅੰਸ ਆ, ਉਹਨੂੰ ਉਸ ਫੀਲਡ ਬਾਰੇ ਨੌਲੇਜ ਹੈਗੀ ਆ, ਤਾਂ ਇਸ ਕਰਕੇ ਉਹ ਕੋਈ ਵੀ ਕੋਰਸ ਲੈ ਕੇ ਜਾ ਸਕਦਾ ਆ। ਜੀ ਬਿਲਕੁਲ। ਤੇ ਜਦੋਂ ਆਪਾਂ ਗੱਲ UK ਦੀ ਕਰਦੇ ਹਾਂ ਤਾਂ UK ਦੀ ਕਿਹੜੀ ਖਾਸ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਕਿ ਸਟੂਡੈਂਟਸ ਦੇ ਬੈਨੀਫਿਟ ਦੇ ਵਿੱਚ ਨੇ, ਤਾਂ ਕਿ ਸਟੂਡੈਂਟ ਜਦੋਂ UK ਲਈ ਮਨ ਬਣਾਉਂਦੇ ਨੇ ਤਾਂ ਉਹਨਾਂ ਹਰ ਚੀਜ਼ਾਂ ਨੂੰ, ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਸਕਣ? ਦੇਖੋ, ਅਗਰ ਤੁਸੀਂ UK ਦੀ ਗੱਲ ਕਰਦੇ ਹੋ, UK ਦੇ ਵਿੱਚ ਜਿਹੜੀ ਐਜੂਕੇਸ਼ਨ ਆ ਬਹੁਤ ਵਧੀਆ ਆ ਜੀ। ਟੌਪ ਰੈਂਕ ਐਜੂਕੇਸ਼ਨ ਆ, ਟੌਪ ਰੈਂਕ ਯੂਨੀਵਰਸਿਟੀਜ਼ ਆ ਇਹਦੇ ਵਿੱਚ। ਅਗਰ ਬੱਚਾ 3 ਸਾਲ UK ਲਗਾ ਰਿਹਾ ਆ, ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਲੱਗੇਗਾ, ਮਤਲਬ 5 ਸਾਲ ਤੋਂ ਬਾਅਦ ਅਗਰ ਬੱਚਾ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਵਾਸਤੇ ਅਪਲਾਈ ਵੀ ਕਰਦਾ ਹੈ ਤਾਂ ਆਰਾਮ ਨਾਲ ਕੈਨੇਡਾ ਉਹਨੂੰ ਵੀਜ਼ਾ ਦੇ ਦੇਗਾ। PR ਵਾਸਤੇ ਵੀ ਅੱਗੇ ਮੂਵ ਹੋ ਸਕਦਾ। ਅਗਰ ਬੱਚਾ UK ਦੇ ਵਿੱਚ ਹੀ ਸੈਟਲਡ ਹੋਣਾ ਚਾਹੁੰਦਾ ਆ ਤਾਂ UK ਦੇ ਵਿੱਚ ਵੀ ਸੈਟਲਡ ਹੋ ਸਕਦਾ ਆ। ਠੀਕ ਹੈ ਜੀ, ਬਿਲਕੁਲ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਸ਼ਿਖਾ ਹੈ ਜੀ। ਮੇਰੀ ਕੁਐਰੀ ਹੈਗੀ ਆ। ਹਾਂਜੀ, ਕੀ ਸਵਾਲ ਹੈ ਜੀ? ਮੈਮ ਮੈਂ ਨਾ ਐਕਚੁਅਲੀ ਆਪਣੀ ਬੈਚਲਰ ਕੀਤੀ ਹੋਈ ਹੈ ਜੀ, ਤੇ ਮੈਂ ਮਾਸਟਰ ਬਾਰੇ ਪੁੱਛਣਾ ਸੀ ਕਿ ਮਾਸਟਰ ਦੇ ਮਤਲਬ ਕੀ ਸਕੋਪ ਹੈ ਅੱਗੇ ਜਾ ਕੇ, ਮੈਂ ਮਤਲਬ UK 'ਚ ਸੈਟਲਮੈਂਟ ਹੋ ਸਕਦੀ ਹੈ ਮੇਰੀ? PR ਵਗੈਰਾ ਮੈਂ ਸੁਣਿਆ PR ਵਗੈਰਾ ਨਹੀਂ ਹੁੰਦੀ ਉੱਥੇ। ਕਿਹੜੇ ਈਅਰ ਵਿੱਚ ਤੁਸੀਂ ਬੈਚਲਰ ਕੀਤੀ ਆਪਣੀ? ਲਾਸਟ ਈਅਰ ਕੀਤੀ ਹੈ ਜੀ, 2021 ਵਿੱਚ ਕੀਤੀ ਹੈ। ਜੀ ਜੀ ਤੇ ਉਹ ਮਾਸਟਰ ਕਰਨੀ ਹੈ ਤੇ ਨਾਲੇ PR ਦਾ ਪੁੱਛਣਾ ਸੀ। ਜੀ ਦੇਖੋ ਬੱਚੇ, ਅਗਰ ਤੁਸੀਂ ਮਾਸਟਰ ਡਿਗਰੀ ਵਾਸਤੇ ਜਾ ਰਹੇ ਹੋ, ਠੀਕ ਹੈ, ਮਾਸਟਰ ਡਿਗਰੀ ਹੋਏਗੀ 1 ਸਾਲ ਦੀ। 1 ਸਾਲ ਦੀ ਮਾਸਟਰ ਡਿਗਰੀ ਕਰਕੇ ਉਸ ਤੋਂ ਬਾਅਦ ਤੁਹਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਇਹ 3 ਸਾਲ ਤੁਸੀਂ ਟਾਇਰ 4 ਵੀਜ਼ੇ ਤੇ ਰਹੋਗੇ, ਠੀਕ ਹੈ। ਜਦੋਂ ਇਹ ਤੁਹਾਡਾ ਕੰਪਲੀਟ ਹੋ ਗਿਆ, ਉਸ ਤੋਂ ਬਾਅਦ ਜਿਹੜੇ ਵੀ ਇੰਪਲਾਇਰ ਦੇ ਕੋਲ ਤੁਸੀਂ ਕੰਮ ਕਰ ਰਹੇ ਹੋ, ਅਗਰ ਉਹ ਇੰਪਲਾਇਰ ਤੁਹਾਨੂੰ ਸਪੋਰਟ ਕਰਦਾ ਆ
ਤੇ EMPLOYER ਤੁਹਾਨੂੰ ਲੈਟਰ ਦੇ ਦਿੰਦਾ, ਇੰਪਲੋਇਮੈਂਟ ਲੈਟਰ ਦੇ ਦਿੰਦਾ। ਉਸ ਇੰਪਲੋਇਮੈਂਟ ਲੈਟਰ ਦੇ ਬਿਹਾਫ ਦੇ ਉੱਪਰ ਤੁਸੀਂ ਅੱਗੇ ਸੈਟਲਮੈਂਟ ਵੀਜ਼ਾ ਵਾਸਤੇ ਜਾਂ ਅੱਗੇ ਇੰਪਲੋਇਮੈਂਟ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਹੋ। ਜਦੋਂ ਇੰਪਲੋਇਮੈਂਟ ਵੀਜ਼ਾ ਤੁਹਾਨੂੰ ਮਿਲ ਜਾਏਗਾ ਉਸ ਤੋਂ ਬਾਅਦ ਤੁਸੀਂ ਡਾਇਰੈਕਟਲੀ ਇਨਡੈਫੀਨਿਟ ਸਟੇ ਵਾਸਤੇ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਸੋ ਜਿਵੇਂ ਇਹਨਾਂ ਨੇ ਸਵਾਲ ਕੀਤਾ ਪੀਆਰ ਨੂੰ ਲੈ ਕੇ, ਮੈਂ ਜ਼ਰੂਰ ਇਹ ਸਵਾਲ ਕਿਉਂ ਆਂਦਾ ਹੈ ਕਿਸੇ ਦੇ ਮਾਈਂਡ ਵਿੱਚ ਕਿ ਯੂਕੇ ਜਾਵਾਂਗੇ ਤਾਂ ਸਾਨੂੰ ਪੀਆਰ ਮਿਲੇਗੀ ਜਾਂ ਨਹੀਂ ਮਿਲੇਗੀ, ਪੀਆਰ ਤੇ ਸਵਾਲ ਕਿਉਂ ਰਹਿੰਦਾ ਹੈ? ਦੇਖੋ, ਜੋ ਇੰਡੀਆ ਦਾ ਸਿਨੈਰੀਓ ਚੱਲ ਰਿਹਾ, ਪੰਜਾਬ ਦਾ ਸਿਨੈਰੀਓ ਚੱਲ ਰਿਹਾ, ਬੱਚਾ ਪੀਆਰ ਪ੍ਰੋਸਪੈਕਟਿਵ ਨਾਲ ਹਰ ਇੱਕ ਕੰਟਰੀ ਨੂੰ ਦੇਖ ਰਿਹਾ ਹੈ। ਬਿਲਕੁਲ ਠੀਕ ਹੈ। ਅਗਰ ਬੱਚਾ ਪੜ੍ਹਾਈ ਦੇ ਲੈਵਲ ਦੇ ਹਿਸਾਬ ਨਾਲ ਦੇਖੇਗਾ, ਅਗਰ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ, ਬੱਚਾ ਯੂਕੇ ਪੜ੍ਹਨ ਜਾ ਰਿਹਾ, ਅਗਰ ਬੱਚਾ ਯੂਕੇ ਦੇ ਵਿੱਚ ਆਪਣੀ ਐਜੂਕੇਸ਼ਨ ਕੰਪਲੀਟ ਕਰੇਗਾ, ਠੀਕ ਹੈ, ਅਗਰ ਵਧੀਆ ਯੂਨੀਵਰਸਿਟੀ ਤੋਂ ਐਜੂਕੇਸ਼ਨ ਹੋਏਗੀ ਉਹਨੂੰ ਇੰਪਲਾਇਰ ਸਪੋਰਟ ਕਰੇਗਾ। ਅਗਰ ਇੰਪਲਾਇਰ ਸਪੋਰਟ ਕਰੇਗਾ ਤਾਂ ਉਹ ਡਾਇਰੈਕਟ, ਕਿਉਂਕਿ ਦੇਖੋ ਹਰ ਕੋਈ ਬੰਦਾ ਆ ਉਹ ਇਹੀ ਸੋਚੇਗਾ ਕਿ ਅਗਰ ਮੇਰੇ ਕੋਲ ਕੋਈ ਸਕਿਲਡ ਬੰਦਾ ਆ ਰਿਹਾ ਤਾਂ ਮੈਂ ਇਹਨੂੰ ਕਿਉਂ ਖੋਵਾਂ। ਬਿਲਕੁਲ ਠੀਕ ਹੈ। ਇੱਕ ਕੋਈ ਨਵਾਂ ਬੰਦਾ ਆ ਰਿਹਾ ਉਹਨੂੰ ਸਾਰਾ ਦੁਬਾਰਾ ਤੋਂ ਸਿਖਾਏਗਾ। ਅਗਰ ਕੋਈ ਸਕਿਲਡ ਬੰਦਾ ਆ ਰਿਹਾ ਤਾਂ ਆਬਵੀਅਸਲੀ ਉਹਦੀ ਹੈਲਪ ਕਰੇਗਾ ਪੀਆਰ ਦੇ ਵਿੱਚ ਵੀ। ਬਿਲਕੁਲ ਸਹੀ ਹੈ। ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਖੁਦ ਵੀ ਸਾਨੂੰ ਪਰਫੈਕਟ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਜਿੱਥੇ ਜਾਂਦੇ ਹਾਂ ਉੱਥੇ ਦੇ ਰੂਲਸ ਨੂੰ ਅਸੀਂ ਫੋਲੋ ਕਰੀਏ। ਜੋ ਅਗਰ ਅਸੀਂ ਸਟੱਡੀ ਵੀਜ਼ਾ ਤੇ ਗਏ ਹਾਂ ਤਾਂ ਪ੍ਰਾਇੋਰਟੀ ਸਾਡੀ ਸਟੱਡੀ ਜ਼ਰੂਰ ਹੋਣੀ ਚਾਹੀਦੀ, ਉਸ ਉੱਪਰ ਫੋਕਸ ਕਰਨਾ ਚਾਹੀਦਾ ਹੈ। ਤੇ ਬਾਅਦ ਵਿੱਚ ਅਸੀਂ ਗੱਲ ਅਸੀਂ ਹਰ ਵਾਰੀ ਕਈ ਵਾਰ ਮੈਂ ਸ਼ੋਅ 'ਚ ਗੱਲ ਕਰਦੀ ਹਾਂ ਕਿ ਅਸੀਂ ਬਾਅਦ ਵਿੱਚ ਕੰਸਲਟੈਂਟ ਨੂੰ ਬਲੇਮ ਕਰਦੇ ਹਾਂ। ਸੋ ਪਹਿਲਾਂ ਖੁਦ ਹੀ ਸਾਰੀ ਚੀਜ਼ਾਂ ਨੂੰ ਜ਼ਰੂਰ ਸਮਝਿਆ ਕਰੋ ਕਿ ਅਸੀਂ ਕਿਸ ਮੋਟਿਵ ਨਾਲ ਜਾ ਰਹੇ ਹਾਂ। ਪੜ੍ਹਾਈ ਵੱਲ ਧਿਆਨ ਦਿਓ, ਫੋਕਸ ਜ਼ਰੂਰ ਕਰਨਾ ਚਾਹੀਦਾ ਹੈ। ਇੱਕ ਵਾਰ ਫਿਰ ਤੋਂ ਅਗਰ ਮੈਂ ਓਵਰਆਲ ਯੂਕੇ ਦੀ ਗੱਲ ਕਰ ਲਾਂ ਕਿ ਕਿਹੜੇ ਸਟੂਡੈਂਟਸ ਐਲੀਜੀਬਲ ਨੇ, ਥੋੜਾ ਮੈਂ ਜ਼ਰੂਰ ਚਾਹੂੰਗੀ ਕਿ ਇੱਕ ਵਾਰ ਵਿੱਚ ਸਟੂਡੈਂਟਸ ਨੂੰ ਦੱਸਿਆ ਜਾ ਸਕੇ ਤਾਂ ਕਿ ਜਿਹੜੇ ਦਰਸ਼ਕ ਜੁੜੇ ਹੋਏ ਨੇ ਉਹ ਚੀਜ਼ਾਂ ਨੂੰ ਸਮਝ ਸਕਣ ਕਿਹੜੇ ਸਟੂਡੈਂਟਸ ਐਲੀਜੀਬਲ ਨੇ ਯੂਕੇ ਅਪਲਾਈ ਕਰਨ ਲਈ। ਦੇਖੋ, ਜਿਨ੍ਹਾਂ ਨੇ ਆਪਣੀ +2 ਕੀਤੀ ਆ, ਰੀਸੈਂਟ ਪਾਸ ਆਊਟ ਆ, 19 ਪਾਸ ਆਊਟ ਆ, 20 ਪਾਸ ਆਊਟ ਆ, ਵਿਦ ਦਾ ਜਸਟੀਫਿਕੇਸ਼ਨ ਉਹ ਸਾਡੇ ਕੋਲ ਆ ਸਕਦੇ ਆ, ਉਹ ਐਲੀਜੀਬਲ ਆ। ਮਾਸਟਰ ਡਿਗਰੀ ਚਾਹੇ 8 ਸਾਲ ਹੋ ਗਏ ਮਾਸਟਰ ਡਿਗਰੀ ਕੀਤੇ ਨੂੰ, ਚਾਹੇ 10 ਸਾਲ ਹੋ ਗਏ, ਚਾਹੇ 12 ਸਾਲ ਹੋ ਗਏ। ਸਾਡੇ ਕੋਲ ਇਦਾਂ ਦੀਆਂ ਯੂਨੀਵਰਸਿਟੀਜ਼ ਵੀ ਹੈਗੀਆਂ ਜਿਹੜੇ 10-10 12-12 ਸਾਲ ਦਾ ਗੈਪ ਵੀ ਅਸੈਪਟ ਕਰਦੀਆਂ, ਉਹ ਵੀ ਬੱਚੇ ਐਲੀਜੀਬਲ ਆ। ਤੇ ਅਗਰ ਆਪਾਂ ਫੀਸ ਦੀ ਗੱਲ ਕਰਦੇ ਆ, ਬਹੁਤ ਮਹਿੰਗੀਆਂ ਯੂਨੀਵਰਸਿਟੀਜ਼ ਵੀ ਅਸੀਂ ਡੀਲ ਕਰਦੇ ਹਾਂ, ਟਾਈਪ ਹੈਗੇ ਆ ਸਾਡੇ, ਸਸਤੀ ਤੋਂ ਸਸਤੀ ਯੂਨੀਵਰਸਿਟੀ ਵੀ ਹੈਗੀ ਆ। ਅਗਰ ਬੱਚਾ ਕੋਈ ਵੀ ਆ ਰਿਹਾ ਹੈ ਕਹਿ ਰਿਹਾ ਕਿ ਸਾਡੇ ਕੋਲ ਇੰਨਾ ਅਸੀਂ ਅਫੋਰਡ ਨਹੀਂ ਕਰ ਸਕਦੇ, 9 ਤੋਂ 10 ਲੱਖ ਵਾਲੀਆਂ ਯੂਨੀਵਰਸਿਟੀਜ਼ ਵੀ ਹੈਗੀਆਂ ਜਿਹੜਾ ਬੱਚੇ ਨੂੰ ਆਫਰ ਦੇ ਦੇਣਗੀਆਂ, ਘੱਟ ਖਰਚੇ ਦੇ ਵਿੱਚ ਬੱਚਾ ਜਾ ਸਕਦਾ ਹੈ। ਜੀ ਦੇਖੋ, ਅਗਰ ਆਪਾਂ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗੀ, ਤੁਸੀਂ ਕਿਹਾ ਕਿ ਵੱਧ ਫੀਸ ਵਾਲੀ ਔਰ ਘੱਟ, ਇਹਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਅਗਰ ਦੇਖੀਏ ਕੀ ਫਰਕ ਪੈਂਦਾ ਦੋਵੇਂ ਥਾਂ ਤੇ? ਦੇਖੋ, ਅਗਰ ਕੋਈ ਨਾਰਮਲ ਯੂਨੀਵਰਸਿਟੀ ਆ ਉਹਦੀ ਫੀਸ ਘੱਟ ਹੋਏਗੀ ਆਫਟਰ ਸਕਾਲਰਸ਼ਿਪ। ਅਗਰ ਕੋਈ ਯੂਨੀਵਰਸਿਟੀ ਦਾ ਰੈਂਕ ਵਧੀਆ ਆ, ਦੇਖੋ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਮਾਈਂਡਸੈਟ ਹੁੰਦਾ। ਬਿਲਕੁਲ ਠੀਕ ਹੈ। ਅਗਰ ਯੂਨੀਵਰਸਿਟੀ ਦਾ ਰੈਂਕ ਵਧੀਆ ਆ ਤਾਂ ਯੂਨੀਵਰਸਿਟੀ ਦੀ ਆਬਵੀਅਸਲੀ ਫੀਸ ਵਧੀਆ ਹੋਏਗੀ, ਉਹਦਾ ਇੰਪਲੋਇਬਿਲਿਟੀ ਰੇਟ ਵਧੀਆ ਹੋਏਗਾ। ਠੀਕ ਹੈ। ਉਸ ਯੂਨੀਵਰਸਿਟੀ ਦੇ ਵਿੱਚੋਂ ਅਗਰ ਬੱਚਾ ਗ੍ਰੈਜੂਏਟ ਹੋ ਰਿਹਾ ਹੈ ਤਾਂ ਇੰਪਲਾਇਰਸ ਉਹਨੂੰ ਜ਼ਿਆਦਾ ਸਪੋਰਟ ਕਰਨਗੇ। ਠੀਕ ਹੈ। ਤੇ ਹਰ ਇੱਕ ਯੂਨੀਵਰਸਿਟੀ ਦੀ ਡਾਇਰੈਕਟ ਇੰਪਲਾਇਬਿਲਿਟੀ ਤੇ ਡਿਪੈਂਡ ਹੁੰਦਾ, ਇੰਪਲਾਇਬਿਲਿਟੀ, ਉਹਦਾ ਰੈਂਕ, ਉਸ ਹਿਸਾਬ ਨਾਲ ਹੀ ਫੀਸ ਸਾਰੀ ਹੁੰਦੀ ਹੈ। ਜੀ, ਮਤਲਬ ਉਸ ਹਿਸਾਬ ਨਾਲ ਸਰਵਿਸਿਜ਼ ਜਾਂ ਉਹ ਪ੍ਰੋਵਾਈਡ ਕਰਵਾਉਂਦੇ ਨੇ ਜ਼ਿਆਦਾ, ਉਹ ਅਲੱਗ ਤਰ੍ਹਾਂ ਦੇ ਬੈਨੀਫਿਟ ਤੁਹਾਨੂੰ ਜ਼ਰੂਰ ਮਿਲਦੇ ਨੇ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਸਾਰੇ ਸ਼ੋਅ ਤੋਂ ਆਪਾਂ ਯੂਕੇ ਬਾਰੇ ਗੱਲ ਕੀਤੀ ਹੈ, ਅੱਜ ਡਿਟੇਲ ਵਿੱਚ ਗੱਲ ਕੀਤੀ ਹੈ, ਚੀਜ਼ਾਂ ਤੁਸੀਂ ਸਮਝ ਚੁੱਕੇ ਹੋਵੋਗੇ। ਕੋਈ ਸਵਾਲ ਰਹਿ ਗਿਆ ਹੋਏਗਾ ਤਾਂ ਜ਼ਰੂਰ ਤੁਸੀਂ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਆਪਣੇ ਸਵਾਲ ਕਲੀਅਰ ਕਰ ਲਓ, ਕਿਉਂਕਿ ਜ਼ਿਆਦਾ ਸਮਾਂ ਸਟੂਡੈਂਟ ਜਦੋਂ ਸੋਚਣ ਵਿੱਚ ਕੱਢ ਦਿੰਦੇ ਨੇ ਤਾਂ ਦੇਰੀ ਹੋ ਜਾਂਦੀ ਹੈ ਤੇ ਇਨਟੇਕ ਜਿਹੜਾ ਖੁੰਝ ਜਾਂਦਾ ਤੇ ਉਹਦੇ ਨਾਲ ਤੁਹਾਡੀ ਹੀ ਪ੍ਰੋਫਾਈਲ ਤੇ ਜੋ ਹੈ ਗੈਪ ਲੱਗ ਜਾਂਦਾ ਹੈ। ਇੱਕ ਵਾਰ ਫਿਰ ਤੋਂ ਦੱਸਵਾਂ, ਗਲੋਬਲ ਐਜੂਕੇਸ਼ਨ ਫੇਅਰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ AECC ਗਲੋਬਲ ਇਮੀਗ੍ਰੇਸ਼ਨ ਕੰਪਨੀ ਤੋਂ। 7 ਜੁਲਾਈ ਨੂੰ ਲੁਧਿਆਣਾ, 8 ਜੁਲਾਈ ਨੂੰ ਜਲੰਧਰ ਅਤੇ 9 ਜੁਲਾਈ ਨੂੰ ਚੰਡੀਗੜ੍ਹ। ਤੇ ਛੋਟਾ ਜਿਹਾ ਮੈਸੇਜ ਤੁਹਾਡੇ ਤੋਂ ਇਸ ਸੈਮੀਨਾਰ ਬਾਰੇ। ਜੀ, ਤੁਸੀਂ ਇਸ ਸੈਮੀਨਾਰ ਦੇ ਵਿੱਚ ਸਾਡੇ ਨਾਲ ਜੁੜ ਸਕਦੇ ਹੋ, ਜੁੜ ਕੇ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ, ਔਨ ਸਪੌਟ ਆਫਰਸ ਲੈ ਸਕਦੇ ਹੋ। ਕੁਝ ਯੂਨੀਵਰਸਿਟੀਜ਼ ਤੁਹਾਨੂੰ ਔਨ ਸਪੌਟ ਸਕਾਲਰਸ਼ਿਪ ਵੀ ਦੱਸ ਦੇਣਗੇ ਕਿ ਕਿੰਨੀ ਸਕਾਲਰਸ਼ਿਪ ਲਈ ਤੁਸੀਂ ਐਲੀਜੀਬਲ ਹੋ। ਜੀ ਠੀਕ ਹੈ। ਤੇ ਇਸ ਯੂਨੀਵਰਸਿਟੀ ਮਤਲਬ ਇਸ ਫੇਅਰ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਆ ਰਹੀਆਂ ਡਿਫਰੈਂਟ ਕੰਟਰੀਜ਼ ਤੋਂ। ਤੁਸੀਂ ਸਾਡੇ ਆਫਿਸ, ਸਾਡੇ ਫੇਅਰ ਤੇ ਵਿਜ਼ਿਟ ਕਰੋ, ਡਾਇਰੈਕਟ ਯੂਨੀਵਰਸਿਟੀਜ਼ ਨਾਲ ਗੱਲਬਾਤ ਕਰੋ, ਆਪਣਾ ਪ੍ਰੋਫਾਈਲ ਡਿਸਕਸ ਕਰੋ ਤੇ ਅੱਗੇ ਫਾਇਦਾ ਲਓ ਉਹਦਾ। ਜੀ ਬਿਲਕੁਲ। ਸੋ ਇਸ ਗਲੋਬਲ ਐਜੂਕੇਸ਼ਨ ਫੇਅਰ ਨੂੰ ਲੈ ਕੇ ਜੋ ਪੂਰੀ ਡਿਟੇਲ ਹੈ ਸਕਰੋਲ ਦੇ ਵਿੱਚ ਵੀ ਲਗਾਤਾਰ ਚੱਲ ਰਹੀ ਹੈ, ਕਿੱਥੇ ਕਿਹੜੀ ਜਗ੍ਹਾ ਹੈ। ਸੋ ਤੁਸੀਂ ਇਹ ਜ਼ਰੂਰ ਨੋਟ ਕਰ ਲਓ, ਜਿੱਥੇ ਤੁਹਾਨੂੰ ਨੇੜੇ ਲੱਗੇ ਜ਼ਰੂਰ ਟਾਈਮਲੀ ਇੱਥੇ ਪਹੁੰਚੋ। ਤੇ ਨਾਲ ਦੀ ਨਾਲ ਜਲੰਧਰ, ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚ AECC ਗਲੋਬਲ ਦੇ ਆਫਿਸਿਸ ਨੇ, ਬ੍ਰਾਂਚਿਸ ਨੇ, ਤੁਸੀਂ ਇੱਥੇ ਵੀ ਵਿਜ਼ਿਟ ਕਦੀ ਵੀ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਦੇ ਨਾਲ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਸ਼ੋਅ ਵਿੱਚ ਆਏ, ਯੂਕੇ ਬਾਰੇ ਸਾਰੀਆਂ ਢੇਰ ਸਾਰੀ ਗੱਲਾਂ, ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦੇ ਇਜਾਜ਼ਤ। ਧੰਨਵਾਦ। ਜੇ ਸਟੱਡੀ ਅਬਰੋਡ ਦੀ ਹੈ ਜਾਂ AECC ਗਲੋਬਲ ਦਿਖਾਏਗਾ ਰਾਹ।
ACC ਗਲੋਬਲ ਲੈ ਕੇ ਆ ਰਿਹਾ ਹੈ ਗਲੋਬਲ ਐਜੂਕੇਸ਼ਨ ਫੇਅਰ 7 ਜੁਲਾਈ ਨੂੰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਦੇ ਵਿੱਚ, 8 ਜੁਲਾਈ ਨੂੰ ਜਲੰਧਰ ਦੇ ਵਿੱਚ ਹੋਟਲ ਬੈਸਟ ਵੈਸਟਰਨ ਪਲੱਸ ਤੇ 9 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਹੋਟਲ ਤਾਜ ਦੇ ਵਿੱਚ, ਜਿੱਥੇ ਪਹੁੰਚ ਕੇ 100 ਤੋਂ ਵੀ ਵੱਧ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵਸ ਨੂੰ ਡਾਇਰੈਕਟਲੀ ਮਿਲ ਸਕਦੇ ਹੋ, ਔਨ ਦਾ ਸਪੌਟ ਅਪਲਾਈ ਕਰ ਸਕਦੇ ਹੋ, ਐਪਲੀਕੇਸ਼ਨ ਫੀ ਵੇਵਰ ਲੈ ਸਕਦੇ ਹੋ, ਸਕਾਲਰਸ਼ਿਪ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਹੁਣੇ ਕਾਲ ਕਰੋ 8925589555 ਤੇ ਤੁਸੀਂ ਇੱਥੇ WhatsApp ਵੀ ਕਰ ਸਕਦੇ ਹੋ।